बख्शी गुर मेरिया सेवा ते सिमरन मैनू। बख्शी गुर सेवा ते सिमरन मैनू, सेवा ते सिमरन मैनू, सेवा ते सिमरन मैनू, सेवा ते सिमरन मैनू। सेवा ते सिमरन मैनू। बख्शी गुर मेरिया सेवा ते सिमरन मैनू। बख्शी गुर मेरिया सेवा ते सिमरन मैनू। परम सन्मानयोग जुगो जुग अटल श्री गुरु ग्रंथ साहिब पातशाह दी पावन और पवित्र हजूरी विच जिन्नी भी संगत बैठ करके हाजरी भर रहे हों, आओ सब तो पहला सतगुरु जी की बख्शिश दोहराइए। प्यार सत्कार और शरधा दे नाल सब माई भाई आखो वाहिगुरु जी का खालसा वाहिगुरु जी की फतेह। धनतां दे योग हों नगर वालियां वाली दी सारी संगत, खास करके रंधावे परिवार जिन्हां ने महान उपराला किया। गुरु घर की महान हस्ती पूजनीक कहनी करनी दे पूरे गुरु घर के हैड ग्रंथी ब्रह्म ज्ञानी धन धन बाबा बुढ़ा जी, उन्हां दी याद नूं ताज़ा करदियां होयां बाबा बुढ़ा जी के जन्म दिहाड़िਆਂ ਨੂੰ अवतार पुरब ਨੂੰ मुख रखदियां होयां धार्मिक समागम उलीके हैं। सतगुरु जी की पावन बाणी के पाठ प्रकाश होए, जिन्हां दे कुछ समा पहला भोग पै चुके हैं। सो हुण कुछ समा नाम बाणी का कीर्तन गुर शब्द दी विचार गुर इतिहास दे नाल आपां जुड़ना है, ताकि इस मनुख जन्म दियां इन्हां सुभागीआं घड़ियां नूं आपां सफल बना सकीए। गुरमुख सतगुर जी का वचन भी है, अवर काज तेरा किता न काम, मिल साध संगत भज केवल नाम। होर जिहड़े संसारी कारज करते फिरदे आ गुरमुखो, वो संसारक सुखां तक तो जरूरी ने, पर जिहड़ा मुख कारज है बंदे से जे पवै है बिच बंदी, भजन बंदगी सेवा सिमरन ये जरूरी है सब तो। ये महाराज कहिंदे हर इंसान नूं चाहीदा है मिल साध संगत भज केवल नाम। सत्संग विच आइए, जहे जा भी समा मिले किसी भी बहाने सत्संग की हाजरी जरूरी है। और संगत विच आके
ਸਤਿਗੁਰੂ ਪਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ। ਆਪਾਂ ਜਦੋਂ ਬਾਣੀ ਨੂੰ ਪੜ੍ਹਦੇ ਹਾਂ, ਸਭ ਤੋਂ ਪਹਿਲਾਂ ਮੁੱਖ ਵਚਨ ਆਉਂਦਾ ਇੱਕ ਓੰਕਾਰ, ਤੇ ਇੱਕ ਕੀ ਹੈ? ਉਹ ਪਰਮਾਤਮਾ ਭਾਈ। ਬਾਕੀ ਸਭ ਚੀਜ਼ਾਂ ਦੋ ਜਾਂ ਦੋ ਤੋਂ ਵੱਧ ਨੇ, ਇੱਕੋ ਵਾਹਿਗੁਰੂ ਆਪ ਹੈ। ਜਿੰਨਾ ਚਿਰ ਮਹਾਰਾਜ ਕਹਿੰਦੇ ਉਸ ਇੱਕ ਨਾਲ ਤੂੰ ਨਹੀਂ ਜੁੜਿਆ, ਬਾਕੀ ਜੋ ਮਰਜ਼ੀ ਕਰਦਾ ਫਿਰੀ, ਕੋਈ ਕਦਰ ਨਹੀਂ ਪੈਣੀ। ਆਖੋ ਸਤਿਨਾਮ। ਇੱਕ ਹੈ ਵਾਹਿਗੁਰੂ ਆਪ। ਇਹ ਵੀ ਕਹਿ ਦਈਏ, ਜੋ ਮਰਜ਼ੀ ਬਣਾਈ ਫਿਰੋ, ਕਮਾਈ ਫਿਰੋ, ਪਰ ਜਿੰਨਾ ਚਿਰ ਉਸ ਅਕਾਲ ਪੁਰਖ ਇੱਕ ਪਰਮਾਤਮਾ ਦਾ ਨਾਮ ਅਸੀਂ ਚੇਤੇ ਨਹੀਂ ਕਰਦੇ, ਬਾਕੀ ਸਭ ਬੇਕਾਰ ਹੈ। ਆਖੋ ਸਤਿਨਾਮ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹੀ ਸਮਝਾ ਰਹੇ ਨੇ। ਕੁਛ ਕੁ ਲੋਕ ਉਹ ਨੇ ਜਿਨ੍ਹਾਂ ਨੇ ਸੰਸਾਰਕ ਸੁੱਖ ਇਕੱਤਰ ਕੀਤੇ, ਕੁਛ ਕੁ ਉਹ ਨੇ ਜਿਨ੍ਹਾਂ ਨੇ ਗੁਰਮੁਖੋ ਸੰਸਾਰ ਦੇ ਨਾਲ ਨਾਲ ਪਰਮਾਤਮਾ ਦੀ ਭਗਤੀ ਕੀਤੀ। ਉਹਨਾਂ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਪਾਵਨ ਬਾਣੀ ਵਿੱਚ ਬਚਨ ਕਰਕੇ ਗਏ ਨੇ। ਸੋਹੀ ਮਹੱਲਾ ਪੰਜਵਾ, ਸੋਹੀ ਰਾਗ ਦੇ ਵਿੱਚ 749 ਅੰਗ ਤੇ ਮੇਰੇ ਸਤਿਗੁਰ ਨੇ ਬਾਣੀ ਲਿਖੀ ਹੈ। ਸ਼ੁਰੂ 'ਚ ਕਹਿੰਦੇ ਨੇ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਕਹਿੰਦੇ ਹੇ ਭਾਈ, ਭਾਗਾਂ ਵਾਲੇ ਹਰੀ ਦੇ ਸੇਵਕ ਉਹ ਸੰਤ ਜਨ ਗੁਰਮੁਖ ਜਨ ਹਨ, ਜਿਨ੍ਹਾਂ ਦੇ ਘਰ ਵਿੱਚ ਵਾਹਿਗੁਰੂ ਦਾ ਨਾਮ ਰੂਪੀ ਧਨ ਹੈ। ਉਹਨਾਂ ਨੂੰ ਭਾਗਾਂ ਵਾਲੇ ਕਿਹਾ। ਅੱਗੇ ਕਹਿੰਦੇ ਨੇ, ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿੰਨਾਂ ਕੇ ਕਾਮਾਂ। ਕਹਿੰਦੇ ਸੰਸਾਰ ਵਿੱਚ ਆਉਣਾ ਵੀ ਉਹਨਾਂ ਦਾ ਸਫਲ ਹੈ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਨੇ, ਤੇ ਉਹਨਾਂ ਦਾ ਹੀ ਆਗਮਨ ਸੰਸਾਰ ਵਿੱਚ ਆ ਕੇ ਫਲਦਾਇਕ ਹੋਇਆ। ਗੁਰਮੁਖ ਫਲਦਾਇਕ ਤੋਂ ਭਾਵ ਹੈ ਜੀਵਨ ਸਫਲ ਹੋਇਆ ਤੇ ਹੋਰਾਂ ਨੂੰ ਵੀ ਜਿਹਦਾ ਫਾਇਦਾ ਹੋਵੇ। ਆਖੋ ਸਤਿਨਾਮ। ਜ਼ਿੰਦਗੀ ਤਾਂ ਪਿਆਰਿਓ ਆਪਾਂ ਵੀ ਜਿਉ ਰਹੇ, ਜ਼ਿੰਦਗੀ ਤਾਂ ਆਪਾਂ ਵੀ ਜਿਉ ਰਹੇ ਹਾਂ, ਪਰ ਆਪਣੀ ਜ਼ਿੰਦਗੀ ਦਾ ਆਪਾਂ ਨੂੰ ਹੀ ਫਾਇਦਾ ਹੈ। ਆਪਣੇ ਪੁੱਤ ਪੋਤਿਆਂ ਨੂੰ ਫਾਇਦਾ ਹੋ ਜੂ, ਵੱਧ ਤੋਂ ਵੱਧ ਕਿਸੇ ਰਿਸ਼ਤੇਦਾਰ ਦਾ ਫਾਇਦਾ ਕਰ ਦਿਆਂਗੇ। ਪਰ ਕੁਛ ਕੁ ਉਹ ਨੇ ਜਿਹੜੇ ਆਪਣਾ ਪਰਿਵਾਰ ਦਾ, ਰਿਸ਼ਤੇਦਾਰਾਂ ਦਾ ਵੀ ਭਲਾ ਕਰਦੇ ਹੈ ਤੇ ਨਾਲ ਨਾਲ ਸਭ ਸੰਸਾਰ ਦਾ ਵੀ ਭਲਾ ਕਰਦੇ ਹੈ। ਉਹਨਾਂ ਵਾਸਤੇ ਸਤਿਗੁਰੂ ਕਹਿੰਦੇ, ਹਿਰਦੇ ਵਿੱਚ ਨਾਮ ਦੀ ਦੌਲਤ ਜਿਨ੍ਹਾਂ ਦੇ ਵਸਦੀ ਹੈ, ਉਹਨਾਂ ਦਾ ਸੰਸਾਰ 'ਤੇ ਆਉਣਾ ਵੀ ਸਫਲ, ਉਹਨਾਂ ਦੇ ਕੀਤੇ ਹੋਏ ਕੰਮ ਵੀ ਸਫਲ ਹੈ। ਭਾਈ ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਮੈਂ ਤਾਂ ਇਹੋ ਜਿਹੇ ਸੇਵਕ ਤੋਂ, ਹਰੀ ਦੇ ਜਨ ਤੋਂ ਬਲਿਹਾਰ ਜਾਨਾ। ਕਿੰਨੇ ਕੁ ਬਲਿਹਾਰ ਜਾਂਦੇ ਹੋ? ਮਹਾਰਾਜ ਸੇਵਕਾਂ ਦੀ, ਨਾਮ ਜਪਣ ਵਾਲਿਆਂ ਦੀ ਕਦਰ ਤੁਸੀਂ ਕਿੰਨੀ ਕੁ ਕਰਦੇ ਹੋ? ਤੇ ਸਤਿਗੁਰ ਕਹਿੰਦੇ, ਕੇਸਾਂ ਕਾ ਕਰ ਚਬਰ ਢੁਲਾਵਾਂ, ਚਰਨ ਧੂੜ ਮੁਖ ਲਾਈ। ਇੰਨਾ ਸਤਿਕਾਰ ਹੈ ਰੱਬ ਦੇ ਪਿਆਰਿਆਂ ਦਾ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਮੇਰਾ ਜੀ ਕਰਦਾ ਹੈ ਮੈਂ ਆਪਣੇ ਕੇਸਾਂ ਦਾ ਚੌਰ ਸਾਹਿਬ ਬਣਾ ਲਾਂ। ਨਾਮ ਜਪਣ ਵਾਲੀਆਂ ਪਰਉਪਕਾਰੀ ਰੂਹਾਂ ਦੇ ਸਿਰ 'ਤੇ ਝੁਲਾਵਾਂ ਤੇ ਉਹਨਾਂ ਦੀ ਚਰਨ ਧੂੜ ਲੈ ਕੇ ਆਪਣੇ ਚਿਹਰੇ 'ਤੇ ਮੂੰਹ 'ਤੇ ਮਲਾਂ। ਆਖੋ ਸਤਿਨਾਮ। ਆਪਾਂ ਕਹਿੰਦੇ ਹਾਂ ਵੀ ਰੱਬ ਸਾਡੀ ਸੁਣਦਾ ਨਹੀਂ ਹੈ, ਤੇ ਮਾਲਕ ਕਹਿੰਦੇ ਤੂੰ ਨਾਮ ਜਪਣ ਲੱਗ ਜਾ, ਸੇਵਾ ਵੀ ਕਰਿਆ ਕਰ, ਕਿਰਤ ਵੀ ਕਰ, ਪਰਿਵਾਰ 'ਚ ਰਹਿ, ਪਰ ਨਾਲ ਨਾਲ ਸੰਸਾਰ ਦਾ ਭਲਾ ਤੇ ਸਿਮਰਨ ਵਧਾ ਦੇ। ਗੁਰੂ ਸਾਹਿਬ ਤਾਂ ਚਾਹੁੰਦੇ ਨੇ ਅਸੀਂ ਇਹੋ ਜਿਹੇ ਸਿੱਖ ਦੀ ਚਰਨ ਧੂੜੀ ਲੈ ਕੇ ਮੱਥੇ ਨੂੰ ਲਾਈਏ। ਰਹਾਓ ਜਨਮ ਮਰਨ ਦੋਹੂੰ ਮਹਿ ਨਾਹੀਂ, ਜਨ ਪਰਉਪਕਾਰੀ ਆਏ। ਜਿਹੜੇ ਇਹੋ ਜਿਹਾ ਕਾਰਜ ਕਰਦੇ ਹੈ ਨਾ, ਕਿਰਤ ਵੀ ਕਰਨ, ਪਰਿਵਾਰਕ ਫਰਜ਼ ਵੀ ਨਿਭਾਉਣ ਤੇ ਨਾਲ ਨਾਲ ਸੇਵਾ ਤੇ ਸਿਮਰਨ ਵੀ ਕਰਨ, ਮਹਾਰਾਜ ਕਹਿੰਦੇ ਉਹ ਜਨਮ ਮਰਨ ਦੋਨਾਂ ਤੋਂ ਹੀ ਬਾਹਰ ਹੁੰਦੇ ਆ। ਭਾਈ ਜਨਮ ਮਰਨ ਵਿੱਚ ਨਹੀਂ ਪੈਂਦੇ। ਉਹੇ ਜੇ ਆਪ ਭਗਤੀ ਕਰਦੇ ਐ,
ਤੇ ਜਿਹੜੇ ਵੀ ਉਹਨਾਂ ਦੀ ਸੰਗਤ ਕਰਦੇ ਐ ਉਹਨਾਂ ਨੂੰ ਵੀ ਉਹ ਵਾਹਿਗੁਰੂ ਪਰਮਾਤਮਾ ਦੇ ਨਾਲ ਮੇਲ ਦਿੰਦੇ ਆ। ਆਖੋ ਸਤਿਨਾਮ। ਜਨਮ ਮਰਨ ਦੋਹੂ ਮਹਿ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਪਰ ਉਪਕਾਰੀ, ਪਰ ਉਪਕਾਰੀ ਕੌਣ ਹੁੰਦਾ ਭਲਾ? ਕਾਰ ਤੋਂ ਭਾਵ ਹੈ ਕਿਰਤ, ਕੰਮ। ਤੇ ਕੰਮ ਤਾਂ ਚੋਰ ਵੀ ਕਰਦੇ, ਉਹ ਕਹਿੰਦੇ ਸਾਡਾ ਤਾਂ ਇਹੀ ਕੰਮ ਹੈ, ਪਰ ਉਹ ਮਾੜਾ ਕੰਮ ਹੈ। ਕਈ ਨਸ਼ਾ ਵੇਚਣ ਵਾਲੇ ਕਹਿਣਗੇ ਸਾਡਾ ਤਾਂ ਇਹੀ ਕੰਮ ਹੈ, ਪਰ ਉਹ ਮਾੜਾ ਕੰਮ ਹੈ ਗੁਰਮੁਖੋ। ਕਿਉਂ? ਜਦੋਂ ਦੁਨੀਆ ਨਸ਼ਾ ਕਰਦੀ ਹੈ ਘਰ ਬਰਬਾਦ ਹੁੰਦੇ ਨੇ। ਹੈ ਤਾਂ ਉਹਨਾਂ ਦਾ ਵੀ ਕੰਮ, ਪਰ ਇੱਕ ਹੁੰਦਾ ਉਪਕਾਰ, ਵੀ ਕੰਮ ਤਾਂ ਕਰਨਾ ਹੈ ਪਰ ਕੰਮ ਉਹੋ ਜਿਹਾ ਕਰਨਾ ਜਿਹਦੇ ਵਿੱਚ ਕੋਈ ਬਦਨਾਮੀ ਨਾ ਹੋਵੇ, ਦੇਖਣ ਸੁਣਨ ਵਾਲਾ ਵੀ ਚੰਗਾ ਕਹੇ, ਉਹ ਹੁੰਦਾ ਉਪਕਾਰ। ਤੇ ਉਪਕਾਰ ਆਪਾਂ ਸਾਰੇ ਕਰਦੇ ਹਾਂ। ਕੋਈ ਕਹਿੰਦਾ ਮੈਂ ਨੌਕਰੀ ਕਰ ਰਿਹਾ, ਕੋਈ ਖੇਤੀਬਾੜੀ ਕਰ ਰਿਹਾ, ਕੋਈ ਕਿਸੇ ਦੇ ਘਰਾਂ 'ਚ ਕੰਮ ਧੰਦਾ ਕਰਦੇ ਆ। ਕੋਈ ਲਾਂਭਾ ਤਾਂ ਨਹੀਂ ਨਾ, ਕੰਮ ਦਾ ਕੋਈ ਲਾਂਭਾ ਨਹੀਂ ਹੁੰਦਾ ਗੁਰਮੁਖੋ। ਪਰ ਇੱਕ ਹੁੰਦਾ ਪਰ ਉਪਕਾਰ, ਜਿੱਥੇ ਆਪਣੇ ਆਪ ਵਾਸਤੇ ਕਰਦਾ ਹੈ ਉੱਥੇ ਉਹ ਕੰਮ ਵੀ ਕਰ ਜਿਹਦੇ ਵਿੱਚ ਤੇਰਾ ਫਾਇਦਾ ਕੋਈ ਨਹੀਂ, ਫਾਇਦਾ ਹੀ ਦੂਜਿਆਂ ਦਾ ਹੋਵੇ। ਆਖੋ ਸਤਿਨਾਮ। ਉਹਨੂੰ ਕਿਹਾ ਜਾਂਦਾ ਭਾਈ ਪਰ ਉਪਕਾਰ। ਜਿਹੜੇ ਪਰਉਪਕਾਰੀ ਨੇ, ਨਾਮ ਜਪਦੇ ਆ, ਸੇਵਾ ਕਰਦੇ ਆ, ਉਹ ਜਨਮ ਮਰਨ ਵਿੱਚ ਨਹੀਂ ਪੈਂਦੇ। ਤੇ ਕੀਰਤਨ ਦੀ ਦਾਤ, ਨਾਮ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਤੇ ਸ਼ਰਧਾ ਪ੍ਰੇਮ ਨਾਲ ਉਹ ਟੁੱਟੇ ਹੋਏ ਇਨਸਾਨਾਂ ਨੂੰ ਪਰਮਾਤਮਾ ਦੇ ਨਾਲ ਜੋੜਦੇ ਹੈ। ਉਹੇ ਜਿਹਾ ਵਾਸਤੇ ਲਿਖਿਆ। ਫਿਰ ਉਹਨਾਂ ਨੂੰ ਸਤਿਕਾਰ ਕੀ ਮਿਲਦਾ ਹੈ? ਸੱਚਾ ਅਮਰ, ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ। ਕਹਿੰਦੇ ਜਿਹੜੇ ਸੱਚੇ ਪਰਮਾਤਮਾ ਦੇ ਨਾਲ ਜੁੜ ਜਾਣ ਨਾ, ਇੱਥੇ ਜਿਹੜਾ ਛੇਤੀ ਸ਼ਬਦ ਹੈ ਇਹਦਾ ਭਾਵ ਹੈ ਨਾਲ। ਜਿਹੜੇ ਸੱਚੇ ਪਰਮਾਤਮਾ ਦੇ ਨਾਲ ਜੁੜ ਜਾਣ ਉਹਨਾਂ ਦਾ ਹੁਕਮ ਵੀ ਸੱਚ ਵਰਤਦਾ, ਜੋ ਕਹਿਣ ਉਹ ਹੋ ਜਾਂਦਾ ਗੁਰਮੁਖੋ, ਰੱਬ ਵੀ ਨਹੀਂ ਮੋੜਦਾ। ਤੇ ਉਹਨਾਂ ਨੂੰ ਪਾਤਸ਼ਾਹੀਆਂ ਸੱਚੀਆਂ ਮਿਲਦੀਆਂ, ਭਾਵ ਉਹਨਾਂ ਦਾ ਬੋਲਬਾਲਾ, ਉਹਨਾਂ ਦਾ ਦਬਦਬਾ, ਉਹਨਾਂ ਦੀ ਜਾਣ ਪਹਿਚਾਣ ਸਦਾ ਵਾਸਤੇ ਸਤਿਕਾਰ ਸਹਿਤ ਬਣੀ ਰਹਿੰਦੀ ਹੈ। ਮਹਾਰਾਜ ਕਹਿੰਦੇ ਸੱਚਾ ਸੁਖ ਸੱਚੀ ਵਡਿਆਈ, ਜਿਸ ਕੇ ਸੇ ਤਿਨ ਜਾਤੇ। ਕਹਿੰਦੇ ਸੱਚੀ ਹੈ ਉਹਨਾਂ ਦੀ ਖੁਸ਼ੀ, ਸੱਚੀ ਹੈ ਉਹਨਾਂ ਦੀ ਕੀਰਤੀ, ਸ਼ੋਭਾ, ਵਡਿਆਈ। ਪਰ ਕਿਹਨਾਂ ਦੀ? ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਜਾਣ ਲਿਆ ਜਿਹਦੇ ਉਹ ਸੀਗੇ ਗੁਰਮੁਖੋ। ਤੇ ਆਪਾਂ ਵੀ ਜੇ ਆਪਣੇ ਵੱਲ ਦੇਖੀਏ, ਆਪਾਂ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼ ਹਾਂ। ਬਸ ਜਦੋਂ ਉਹਨੂੰ ਭੁੱਲ ਗਏ ਤਾਂ ਦੁੱਖ ਹੈ, ਜਦੋਂ ਉਹ ਯਾਦ ਹੈ ਫਿਰ ਦੁੱਖ ਵਿੱਚ ਵੀ ਸੁੱਖ ਹੁੰਦਾ ਗੁਰਮੁਖੋ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਂ ਰੱਬ ਦੇ ਪਿਆਰਿਆਂ ਦਾ ਇੰਨਾ ਸਤਿਕਾਰ ਕਰਦਾ, ਪੱਖਾ ਫੇਰੀ ਪਾਣੀ ਢੋਵਾਂ, ਹਰ ਜਨ ਕੈ ਪੀਸਣ ਪੀਸ ਕਮਾਵਾਂ। ਮਹਾਰਾਜ ਕਹਿੰਦੇ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਮੇਰਾ ਜੀਅ ਕਰਦਾ ਮੈਂ ਗਰਮੀ ਦੇ ਦਿਨਾਂ ਵਿੱਚ ਰੱਬ ਦੇ ਪਿਆਰਿਆਂ ਨੂੰ ਪੱਖਾ ਝੱਲੀ ਚੱਲਾਂ, ਪਾਣੀ ਢੋਵਾਂ, ਕਿਉਂਕਿ ਉਦੋਂ ਪਾਣੀ ਦਾ ਪ੍ਰਬੰਧ ਨਹੀਂ ਸੀ ਹੁੰਦਾ ਗੁਰਮੁਖੋ। ਕਹਿੰਦੇ ਜਲ ਪਾਣੀ ਦੀ ਸੇਵਾ ਕਰਾਂ, ਦਿਨ ਰਾਤ ਉਹਨਾਂ ਦੇ ਛਕਣ ਵਾਸਤੇ ਕਣਕ ਵੀ ਆਪੇ ਪੀ ਪੀ ਕੇ ਦੇਵਾਂ। ਆਖੋ ਸਤਿਨਾਮ। ਭਾਵ ਸੇਵਾ 'ਚ ਹੀ ਲੱਗਿਆ ਰਹਾਂ। ਪੱਖਾ ਫੇਰੀ ਪਾਣੀ ਢੋਵਾਂ, ਹਰ ਜਨ ਕੈ ਪੀਸਣ ਪੀਸ ਕਮਾਵਾਂ, ਨਾਨਕ ਕੀ ਪ੍ਰਭ ਪਾਸ ਬਿਨੰਤੀ, ਤੇਰੇ ਜਨ ਦੇਖਣ ਪਾਵਾਂ। ਸਤਿਗੁਰ ਕਹਿੰਦੇ ਮੈਂ ਤਾਂ ਆਪਣੇ ਗੁਰੂ ਪਾਸ, ਪਰਮਾਤਮਾ ਪਾਸ ਇਹ ਬੇਨਤੀ ਕਰਦਾ ਕਿ ਮਾਲਕ ਐਸੀ ਕਿਰਪਾ ਕਰ ਦੇ, ਜਿਹੜੇ ਤੇਰੇ ਸੇਵਕ ਨੇ, ਤੇਰੇ ਜਨ ਨੇ, ਮੈਨੂੰ ਉਹਨਾਂ ਦਾ ਦਰਸ਼ਨ ਹੁੰਦਾ ਰਵੇ। ਆਖੋ ਸਤਿਨਾਮ। ਅਰਦਾਸ ਹਰ ਸਿੱਖ ਵੀ ਇਹੀ ਕਰਦਾ, ਸੱਚਿਆ ਪਾਤਸ਼ਾਹ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ, ਮੇਲੀ ਉਹਨਾਂ ਪਿਆਰਿਆਂ ਨੂੰ, ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ, ਮੇਲੀ ਉਹਨਾਂ ਪਿਆਰਿਆਂ ਨੂੰ। ਮੇਲੀ ਉਹਨਾਂ ਪਿਆਰਿਆਂ ਨੂੰ।
दाता जी मेली उन्हां प्यारियां नूं, दाता जी मेली उन्हां प्यारियां नूं। जिन्ना मिलिया तेरा नाम चित आवे, मेली ओना जिन्ना मिलिया तेरा नाम चित आवे। मेली ओना मेली उन्हां प्यारियां नूं। ਇਹੋ ਜਿਹੇ ਪਿਆਰਿਆਂ ਦਾ ਸਤਿਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੇਲ ਕਰਾਈ ਵਾਹਿਗੁਰੂ, ਜਿਨ੍ਹਾਂ ਦੇ ਮਿਲਣ ਕਰਕੇ ਤੇਰਾ ਨਾਮ ਚਿੱਤ ਆਵੇ। ਆਖੋ ਸਤਨਾਮ। ਸੋ ਇਹੋ ਜਿਹੇ ਮਹਾਨ ਪਰ ਉਪਕਾਰੀ ਰੂਹਾਂ ਬਿਰਲੀਆਂ ਬਿਰਲੀਆਂ ਹੁੰਦੀਆਂ ਭਾਈ। ਸੋ ਅੱਜ ਦਾ ਜੋ ਆਪਣਾ ਪ੍ਰੋਗਰਾਮ ਹੈ, ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ। ਕੱਲੇ ਬਾਬਾ ਬੁੱਢਾ ਜੀ ਹੋਏ ਨੇ ਜਿਨ੍ਹਾਂ ਨੂੰ ਬ੍ਰਹਮ ਗਿਆਨੀ ਦੀ ਪਦਵੀ ਮਿਲੀ ਗੁਰਮੁਖ। ਪਰਉਪਕਾਰੀ ਦੀ ਜੇ ਪਦਵੀ ਮਿਲੀ ਭਾਈ ਲੱਧਾ ਜੀ ਨੂੰ ਮਿਲੀ ਗੁਰਮੁਖ। ਸੋ ਬਾਬਾ ਬੁੱਢਾ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਤੱਕ 6 ਗੁਰੂਆਂ ਦੀ ਸੇਵਾ ਕੀਤੀ। ਗੁਰੂ ਨਾਨਕ ਸਾਹਿਬ ਨੂੰ ਤਾਂ ਗੁਰਤਾ ਗੱਦੀ ਧੁਰ ਦਰਗਾਹੋਂ ਮਿਲੀ ਸੀ, ਬਾਕੀ 5 ਗੁਰੂਆਂ ਨੂੰ ਗੁਰਤਾ ਗੱਦੀ ਦਾ ਤਿਲਕ ਵੀ ਬਾਬਾ ਬੁੱਢਾ ਜੀ ਨੂੰ ਲਾਉਣ ਦਾ ਸੁਭਾਗ ਪ੍ਰਾਪਤ ਹੋਇਆ। ਤੇ ਜਦੋਂ ਬਾਬਾ ਬੁੱਢਾ ਜੀ ਨੇ ਸਰੀਰ ਛੱਡਿਆ ਸੀ, ਉਸ ਵੇਲੇ 7ਵੇਂ ਪਾਤਸ਼ਾਹ ਸਤਿਗੁਰੂ ਹਰਿਰਾਏ ਸਾਹਿਬ ਜੀ ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਵੀ ਸੰਸਾਰ ਵਿੱਚ ਆ ਚੁੱਕੇ ਸਨ ਸਰੀਰਕ ਤੌਰ ਤੇ। 8 ਉਹਨਾਂ ਸਰੀਰਾਂ ਦੇ ਦਰਸ਼ਨ ਕੀਤੇ, ਸੇਵਾ ਵੀ ਕੀਤੀ, ਜਿਨ੍ਹਾਂ ਵਿੱਚ ਗੁਰੂ ਨਾਨਕ ਦੀ ਜੋਤ ਜਗੀ। ਆਖੋ ਸਤਨਾਮ। ਧੰਨ ਧੰਨ ਬਾਬਾ ਬੁੱਢਾ ਜੀ ਦੀ ਉਮਰ 125 ਸਾਲ ਸੀ ਗੁਰਮੁਖ। ਸਿੱਖ ਇਤਿਹਾਸ ਦੇ ਨਾਲ ਸੰਬੰਧਿਤ 2 ਮਹਾਨ ਸ਼ਖਸੀਅਤਾਂ ਹੋਈਆਂ। ਇੱਕ ਤਾਂ ਧੰਨ ਧੰਨ ਬਾਬਾ ਸ੍ਰੀ ਚੰਦਰ ਜੀ ਮਹਾਰਾਜ, ਗੁਰੂ ਨਾਨਕ ਸਾਹਿਬ ਦੇ ਸਪੁੱਤਰ, ਜਿਨ੍ਹਾਂ ਦੀ ਉਮਰ ਸੀ 151 ਸਾਲ ਗੁਰਮੁਖ। ਤੇ ਇੱਧਰ ਉਦੋਂ ਦੂਜੇ ਨੰਬਰ ਤੇ ਧੰਨ ਧੰਨ ਬਾਬਾ ਬੁੱਢਾ ਜੀ, ਜਿਨ੍ਹਾਂ ਦੀ ਉਮਰ 125 ਸਾਲ। ਤੇ ਇਹਨਾਂ 125 ਸਾਲਾਂ ਦੇ ਵਿੱਚੋਂ 114 ਸਾਲ ਗੁਰੂ ਘਰ ਦੀ ਸੇਵਾ ਤੇ ਸੰਗਤ ਦੀ ਸੇਵਾ ਕੀਤੀ ਹੈ। ਆਖੋ ਸਤਨਾਮ। ਤਾਂ ਹੀ ਮਾਣ ਮਿਲਿਆ ਗੁਰਮੁਖੋ। ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ 22 ਅਕਤੂਬਰ 1506 ਈਸਵੀ ਨੂੰ ਹੋਇਆ ਸੀ। 1506 ਨੂੰ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪਿੰਡ ਪੈਂਦਾ ਕੱਥੂ ਨੰਗਲ ਗੁਰਮੁਖ। ਉੱਥੇ ਸ਼ਾਹੀ ਕਿਲਾ, ਜਿੱਥੇ ਕਿ ਬਾਬਾ ਬੁੱਢਾ ਜੀ ਦੇ ਪਿਤਾ ਸੁੱਘਾ ਰੰਧਾਵਾ ਜੀ ਰਹਿੰਦੇ ਗੁਰਮੁਖੋ। ਉਹਨਾਂ ਦੀ ਧਰਮ ਸੁਪੱਤਰੀ ਦਾ ਨਾਮ ਹੈ ਗੌਰਾਂ ਗੁਰਮੁਖ। ਜ਼ਿਮੀਂਦਾਰ ਪਰਿਵਾਰਾਂ ਨਾਲ ਸੰਬੰਧਿਤ ਸਨ। ਤੇ ਜੇ ਗੋਤ ਦੀ ਗੱਲ ਕਰੀਏ ਤਾਂ ਇਹ ਰੰਧਾਵੇ ਸੀ, ਰੰਧਾਵੇ ਪਰਿਵਾਰ। ਸੁੱਘਾ ਰੰਧਾਵਾ ਬਾਬਾ ਬੁੱਢਾ ਜੀ ਦੇ ਪਿਤਾ ਦਾ ਨਾਮ। ਇਹ 22 ਪਿੰਡਾਂ ਦੇ ਮਾਲਕ ਸੀ ਉਸ ਵੇਲੇ। ਜਗੀਰਦਾਰੀ ਹੁੰਦੀ ਨਾ ਉਦੋਂ। 22 ਪਿੰਡਾਂ ਦੇ ਮਾਲਕ। ਸਮਾਂ ਲੰਘਦਾ ਗਿਆ, ਸਤਿਗੁਰ ਦੀ ਕਿਰਪਾ ਹੋਈ। ਮਾਤਾ ਗੌਰਾਂ ਦੀ ਪਾਵਨ ਕੁੱਖੋਂ ਸੁੱਘੇ ਰੰਧਾਵੇ ਦੇ ਘਰ 1506 ਈਸਵੀ ਨੂੰ 7 ਕੱਤਕ 22 ਅਕਤੂਬਰ ਨੂੰ ਬਾਬਾ ਬੁੱਢਾ ਜੀ ਨੇ ਜਨਮ ਲਿਆ।
परिवार ने बड़े प्यार नाल पालना की ते नाम घरदियां ने पहला बूड़ा रखिया सी गुरु। 5-6 साल बचपन दे लंघ गए। उदों बाद माता पिता ने जो जिमींदारां दा किता सी खेतीबाड़ी उहदे च लाते ते घर दे विच मੱਝਾਂ गावां बहुत हुंदियां ते बाबा बुढ़ा जी खेती दा कामकार भी करवाउंदे नाले मੱਝਾਂ गावां चारन जांदे हुंदे। उधर गुरु नानक साहब ने गुरमुख प्यारिओ करतारपुर साहब नगर वसाया सी। आउंदी जांदी संगत गुरु नानक साहब दे दर्शन करन जांदी हुंदी ते रस्ते विच कई वारी बाबा बुढ़ा जी संगतां नूं पुछदे, भाई कित्थे चले हो? ते आउंदी जांदी संगत ने कहना, असीं गुरु नानक पातशाह दे दर्शन करन चले हैं। हुण तां देखो देश दी वंड हो गई, पाकिस्तान अड्ड हो गया। उदों इक्को ही सी सारा इलाका, ये पंजाब ही हुंदा सी। कहंदे भाई इत्थे करतारपुर नगर वसिया है, सुनिया है करतारपुर करता वसै संतन कै पास। ये उत्थे करता अकाल पुरख आप वसदा है। आप नारायण कला धर जग मह परवरिओ। आप निरंकार रूप गुरु नानक साहब संसार नूं तारदे ने, उन्हां दे दर्शन करन जाने आ। संगत ने मिलना ते बाबा बुढ़ा जी दे मन विच भी खिच पैनी मना किते मैनूं भी ये समा प्राप्त होऊगा। ते मन विच यही अरदास करदे हुंदे, सच्चे पातशाह दर्श तेरे की प्यास मन लागी। दर्श तेरे की प्यास मन लागी। दर्श तेरे की दर्श तेरे की प्यास मन लागी। दर्श तेरे की प्यास मन लागी। इस तरह की मन दे विच शरधा है कि सतगुर दे दर्शन होण। ते प्यारिओ 11 साल लंघ गए। 11 साल की उम्र किते सबब ऐसा बनिया, गुरु नानक दे दर ते पुकार सुनी गई। संसार नूं तारदे तारदे गुरु नानक साहब रमदास नगर आ गए। गुरमुखो जन्म होया कत्थू नंगल, बाद च परिवार रमदास रहन लग गया सी। उधरों तो गुरु नानक साहब भाई बाला जी, भाई मरदाना जी सहित आ गए। खेतां दे विच बैठे कीर्तन करी जाते हैं, बाणी गाउण ते मੱਝਾਂ गावां चारदे चारदे बाबा बुढ़ा जी भी उसे पासे आ गए। जदों गुरु नानक साहब दा आउणा सुनिया, जिन्हों जिन्हों पता लग्या संगत भी आ गई, सतगुर दे दर्शन किए, जिहे जी शरधा सी भेटा भी दिती। बाकी संगत तां चली गई। बाबा बुढ़ा जी ने कीर्तन भी सुनिया ते देर तक बैठे ही रहे। गुरमुख मੱਝਾਂ गावां चरदियां फिरदियां। जदों सारे चले गए तो 11 साल की उम्र का बच्चा सामने बैठा है। गुरु नानक साहब ने आप पूछया, काका की हाल चाल है? कहंदे जी ठीक है। बाकी संगत चली गई, बेटा तुसी बैठे हो। बाबा बुढ़ा जी आखन लगे, महाराज मैं एक दो थानू बेनतियां करनी है। सतगुर कहंदे दस। कहंदा जी मेरा जी करदा मैं आप जी की सेवा करा। सतगुर कहंदे कर लै भाई।
ਕਹਿੰਦੇ ਜੀ ਮੈਂ ਘਰੋਂ ਜਾ ਕੇ ਦੁੱਧ ਲਿਆਵਾਂ, ਤੁਹਾਨੂੰ ਦੁੱਧ ਛਕਾਉਣਾ ਚਾਹੁੰਦਾ। ਮਹਾਰਾਜ ਕਹਿੰਦੇ ਤੇਰੀ ਸ਼ਰਧਾ ਹੈ। ਤੁਰਨ ਲੱਗੇ ਬਾਬਾ ਬੁੱਢਾ ਜੀ, ਹੱਥ ਵਿੱਚ ਸੋਟੀ ਸੀ ਮੱਝਾਂ ਗਾਵਾਂ ਨੂੰ ਸਾਂਭਣ ਵਾਸਤੇ। ਗੁਰੂ ਨਾਨਕ ਨੂੰ ਕਹਿੰਦੇ ਜੀ ਆਹ ਸੋਟੀ ਤੁਹਾਡੇ ਸੇਵਕ ਨੂੰ ਫੜਾ ਕੇ ਚੱਲਿਆ, ਇਹਨੂੰ ਕਹਿ ਦਿਓ ਮੱਝਾਂ ਗਾਵਾਂ ਦਾ ਖਿਆਲ ਰੱਖੇ, ਕਿਤੇ ਕਿਸੇ ਦਾ ਨੁਕਸਾਨ ਨਾ ਹੋ ਜੇ। ਜਦੋਂ ਵੀ ਆਪਾਂ ਚੱਲਦੇ ਹਾਂ ਨਾ ਭਾਈ, ਆਹ ਜ਼ਰੂਰ ਧਿਆਨ ਰੱਖਣਾ ਵੀ ਸਾਡੇ ਕਰਕੇ ਕਿਸੇ ਦੂਜੇ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ। ਗੱਲ ਤੋਂ ਹੀ ਪਤਾ ਲੱਗਦਾ ਵੀ ਇਹਨੂੰ ਅਕਲ ਹੈਗੀ ਆ ਜਾਂ ਨਹੀਂ ਹੈਗੀ ਗੁਰਮੁਖੋ। ਇਕੱਲੇ ਪੜ੍ਹ ਲਿਖ ਕੇ ਸਰਟੀਫਿਕੇਟ ਕਿਹੜਾ ਆਪਾਂ ਹਰ ਵੇਲੇ ਗਲ 'ਚ ਪਾ ਕੇ ਤੁਰੇ ਫਿਰਾਂਗੇ ਵੀ ਮੈਂ ਇੰਨਾ ਪੜ੍ਹਿਆ। ਵਿਚਾਰ ਆਚਰਨ ਉੱਚਾ ਸੁੱਚਾ। ਹੁਣ ਉਹ ਚਲੇ ਗਏ ਬਾਬਾ ਬੁੱਢਾ ਜੀ, ਘਰੋਂ ਗਏ, ਆਪਣੀ ਮਾਤਾ ਨੂੰ ਕਹਿੰਦੇ ਬਾਹਰ ਮਹਾਂਪੁਰਸ਼ ਆਏ ਨੇ, ਉਹਨਾਂ ਵਾਸਤੇ ਦੁੱਧ ਲੈ ਕੇ ਜਾਣਾ। ਮਾਤਾ ਜੀ ਨੇ ਦੁੱਧ ਗਰਮ ਕਰਤਾ ਅਤੇ ਨਾਲ ਹੀ ਪ੍ਰਸ਼ਾਦਾ ਅਤੇ ਨਾਲ ਗੰਢੇ ਦੇ ਤੇ ਗੁਰਮੁਖ। ਦੁੱਧ ਵੀ ਲਿਆਂਦਾ, ਪ੍ਰਸ਼ਾਦਾ ਵੀ ਲਿਆਂਦਾ। ਗੁਰੂ ਨਾਨਕ ਸਾਹਿਬ ਭਾਈ ਬਾਲਾ ਅਤੇ ਮਰਦਾਨਾ ਜੀ ਨੂੰ ਛਕਾਇਆ ਬੜੀ ਸ਼ਰਧਾ ਨਾਲ। ਸਤਿਗੁਰ ਬਹੁਤ ਖੁਸ਼ ਹੋਏ, ਕਹਿਣ ਲੱਗੇ ਕਾਕਾ ਇੱਛਾ ਤੇਰੀ ਕੀ ਹੈ, ਕੋਈ ਕੁਛ ਮੰਗ। ਹੱਥ ਬੰਨ੍ਹ ਕੇ ਕਹਿੰਦੇ ਜੀ ਮੈਨੂੰ ਮੌਤ ਦਾ ਬੜਾ ਡਰ ਲੱਗਦਾ। ਮੈਂ ਸੁਣਿਆ ਵੀ ਮੌਤ ਆਉਂਦੀ ਹੈ, ਜਮ ਆਉਂਦੇ ਨੇ, ਕੁੱਟਦੇ ਮਾਰਦੇ ਲਿਜਾਂਦੇ ਨੇ, ਬੜਾ ਦੁੱਖ ਮਿਲਦਾ ਹੈ। ਬਾਕੀ ਇੱਥੇ ਕਈ ਵਾਰੀ ਹਾਕਮ ਆਉਂਦੇ ਨੇ ਘੋੜਿਆਂ 'ਤੇ ਚੜ੍ਹ ਕੇ, ਸਾਰੀਆਂ ਹੀ ਫਸਲਾਂ ਉਜਾੜ ਜਾਂਦੇ ਹੈ। ਅਤੇ ਮੈਂ ਕਈ ਵਾਰੀ ਸੰਗਤ ਤੋਂ ਸੁਣਿਆ ਕਿ ਜਮ ਵੀ ਜਦੋਂ ਆਉਂਦੇ ਨੇ ਕਿਸੇ ਦੀ ਲਿਹਾਜ਼ ਨਹੀਂ ਕਰਦੇ। ਅਤੇ ਮੈਨੂੰ ਡਰ ਤਾਂ ਜ਼ਿਆਦਾ ਲੱਗਦਾ ਜਦੋਂ ਮਾਂ ਘਰੇ ਅੱਗ ਬਾਲਦੀ ਹੈ ਨਾ, ਅੱਗ ਪਹਿਲਾਂ ਸੋਟੀਆਂ ਲੱਕੜਾਂ ਨੂੰ ਪੈਂਦੀ ਹੈ। ਅੱਗ ਜਦੋਂ ਮਾਂ ਘਰੇ ਬਾਲਦੀ ਹੈ ਪਹਿਲਾਂ ਛੋਟੀਆਂ ਲੱਕੜਾਂ ਨੂੰ ਪੈਂਦੀ ਹੈ। ਅਤੇ ਮੈਨੂੰ ਡਰ ਹੈ ਕਿਤੇ ਮੈਂ ਛੋਟਾ, ਮੌਤ ਪਹਿਲਾਂ ਮੈਨੂੰ ਹੀ ਨਾ ਆ ਜੇ। ਕਹਿੰਦੇ ਮਹਾਰਾਜ ਕਹਿੰਦੇ ਤੇਰਾ ਨਾਮ ਕੀ ਹੈ? ਕਹਿੰਦਾ ਜੀ ਮੇਰਾ ਨਾਮ ਹੈ ਬੂੜਾ। ਸਤਿਗੁਰ ਕਹਿੰਦੇ ਬੂੜਾ ਨਹੀਂ, ਗੱਲਾਂ ਤੇਰੀਆਂ ਬਜ਼ੁਰਗਾਂ ਵਾਲੀਆਂ, ਤੂੰ ਅੱਜ ਤੋਂ ਬੁੱਢਾ ਹੈ। ਆਖੋ ਸਤਿਨਾਮ। 11 ਸਾਲ ਦੀ ਉਮਰ ਵਿੱਚ ਨਾਂ ਪਿਆ ਸੀ ਬੁੱਢਾ। ਇਹ ਪਤਾ ਕਿਉਂ ਰੱਖਿਆ? ਕਈ ਵਾਰੀ ਤਾਂ ਦੇਖੋ ਬੱਚੇ ਵੀ ਇੱਦਾਂ ਦੀਆਂ ਗੱਲਾਂ ਕਰਦੇ ਆ ਸਿਆਣੀਆਂ ਰੱਬ ਦੇ ਘਰ ਦੀਆਂ, ਅਤੇ ਕਈ ਬਜ਼ੁਰਗ ਹੋ ਜਾਂਦੇ ਆ, ਉਮਰਾਂ ਲੰਘ ਜਾਂਦੀਆਂ, ਨਾ ਰੱਬ ਦੀ ਗੱਲ ਕਰਨ ਨਾ ਕੋਈ ਗਿਆਨ ਦੀ ਗੱਲ ਕਰਨ, ਬਸ ਬੱਚਿਆਂ ਵਾਲਾ ਸੁਭਾਅ ਹੀ ਰੱਖਦੇ ਆ। ਗੁਰੂ ਸਿਆਣੇ ਬਣਨਾ। ਸਤਿਗੁਰ ਕਹਿੰਦੇ ਬੂੜਾ ਨਹੀਂ ਤੂੰ ਬੁੱਢਾ ਹੈ। ਉੱਥੋਂ ਨਾਮ ਬੁੱਢਾ ਪ੍ਰਚਲਿਤ ਹੋ ਗਿਆ। ਕਹਿੰਦੇ ਸਵਾਲ ਬਹੁਤ ਵਧੀਆ, ਪਰ ਸਾਡੀ ਵਿਚਾਰ ਇਹ ਹੈ ਮੌਤ ਤੋਂ ਡਰਨਾ ਨਹੀਂ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ, ਤਉ ਆਓ ਹਮਾਰੇ ਪਾਸ। ਇਹ ਬਚਨ ਗੁਰੂ ਨਾਨਕ ਸਾਹਿਬ ਦੇ ਹੈ ਗੁਰਮੁਖ। ਕਹਿੰਦੇ ਮੌਤ ਤੋਂ ਡਰਨਾ ਨਹੀਂ। ਜਿੰਨਾ ਸਮਾਂ ਜੀਵਨ ਹੈਗਾ, ਸਵਾਸ ਚੱਲਦੇ ਹੈ, ਉਹ ਸਮਾਂ ਸੇਵਾ ਸਿਮਰਨ 'ਚ ਲਾ ਦੇ। ਇੱਥੇ ਉਮਰ ਨਹੀਂ ਵੇਖੀ ਜਾਂਦੀ, ਇਹ ਵੇਖਿਆ ਜਾਂਦਾ ਵੀ ਤੂੰ ਕੀਤਾ ਕੀ ਹੈ। ਆਖੋ ਸਤਿਨਾਮ। ਬੁੱਢਿਆ ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ, ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ। ਬੰਦਾ ਬੰਦਗੀ ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ, ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ। ਬੰਦਾ ਬੰਦਗੀ ਮੁੱਲ ਕਰਮਾਂ ਦਾ ਪੈਣਾ ਚਿੱਟੇ ਚੰਮ ਦਾ ਨਹੀਂ,
ਮੁੱਲ ਕਰਮਾਂ ਦਾ ਪੈਣਾ ਚਿੱਟੇ ਚੰਮ ਦਾ ਨਹੀਂ। ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ। ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ। ਐਸਾ ਬਚਨ ਬਾਬਾ ਬੁੱਢਾ ਜੀ ਨੂੰ ਕੀਤਾ, ਕਹਿੰਦੇ ਬੰਦਗੀ ਬਿਨਾਂ ਕਦਰ ਨਹੀਂ ਪੈਣੀ। ਕਹਿੰਦੇ ਜੀ 2 ਮਿੰਟ ਰੁਕੋ, ਮੈਂ ਹੁਣੇ ਹੀ ਆਇਆ। ਘਰੇ ਗਏ, ਮਾਤਾ ਪਿਤਾ ਨੂੰ ਦੱਸਤਾ ਵੀ ਮੱਝਾਂ ਗਾਵਾਂ ਕੰਮ ਧੰਦਾ ਸੰਭੋ ਆਪ, ਮੈਨੂੰ ਨਿਰੰਕਾਰ ਦੇ ਹੋ ਗਏ ਦਰਸ਼ਨ, ਹੁਣ ਮੈਂ ਸਤਿਗੁਰ ਦਾ ਹੀ ਬਣ ਕੇ ਰਹਿਣਾ। ਆਖੋ ਸਤਿਨਾਮ। 11 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇ ਚਰਨੀ ਲਾਗੇ, ਗੁਰਮੁਖ ਨਾਲ ਹੀ ਤੁਰ ਗਏ। ਕਰਤਾਰਪੁਰ ਸਾਹਿਬ ਰਹੇ, ਦਿਨ ਰਾਤ ਸੇਵਾ ਵਿੱਚ ਮਸਤ ਰਹਿਣਾ। ਸਵੇਰੇ ਉੱਠਣਾ, ਇਸ਼ਨਾਨ ਕਰਨਾ, ਉੱਥੇ ਰਹਿੰਦਿਆਂ ਗੁਰਬਾਣੀ ਪੜ੍ਹਨੀ ਸਿੱਖੀ ਬੜੇ ਪਿਆਰ ਨਾਲ, ਸ਼ਰਧਾ ਨਾਲ। ਜਿਹੜਾ ਵੀ ਬਚਨ ਗੁਰੂ ਨਾਨਕ ਸਾਹਿਬ ਨੇ ਕਰਨਾ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਨਾ। ਗੁਰੂ ਨਾਨਕ ਸਾਹਿਬ ਦੇ ਵੇਲੇ ਸੇਵਾ ਕਮਾਈ, ਅਤੇ ਉਸ ਵੇਲੇ ਹੀ ਅਚਲ ਪਿੰਡ ਤੋਂ ਬਾਬਾ ਬੁੱਢਾ ਜੀ ਦਾ ਵਿਆਹ ਬੀਬੀ ਮਰੋਆ ਨਾਲ ਹੋਇਆ। ਗੁਰਮੁਖ ਇਹਨਾਂ ਦੇ ਘਰ ਵਿੱਚ ਫਿਰ 4 ਪੁੱਤਰ ਪੈਦਾ ਹੋਏ। ਦੇਖੋ ਗ੍ਰਸਥ ਧਰਮ ਨੂੰ ਵੱਡਾ ਮੰਨਿਆ, ਸੇਵਾ ਵੀ ਕੀਤੀ, ਵਿਆਹ ਵੀ ਕਰਵਾਇਆ, 4 ਬੱਚੇ ਵੀ ਹੋਏ। ਪਰ ਜ਼ਿਆਦਾਤਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ, ਸੇਵਾ ਕਰਨੀ। ਗੁਰਮੁਖ ਹੁਣ ਸੇਵਾ ਕਰਦਿਆਂ ਕਰਦਿਆਂ ਕਈ ਵਾਰੀ ਪਰਖਾਂ ਹੋਈਆਂ। ਗੁਰੂ ਨਾਨਕ ਸਾਹਿਬ ਦੇ ਸਮੇਂ ਇੱਕ ਵਾਰੀ ਗੁਰੂ ਨਾਨਕ ਦੇ ਮਹਾਰਾਜ ਨਾ ਪਰਖਣਾ ਚਾਹੁੰਦੇ ਸੀ ਵੀ ਸੰਗਤ ਤਾਂ ਬਹੁਤ ਆਉਂਦੀ ਹੈ, ਕਿਹਨੂੰ ਪਿਆਰ ਕਿਹਦੇ ਨਾਲ। ਪਾਟੇ ਝੀਟੇ ਮੈਲੇ ਕਚੈਲੇ ਕੱਪੜੇ ਪਾ ਲਏ, ਹੱਥ ਵਿੱਚ ਫੜ ਲਿਆ ਸੋਟਾ, ਅਤੇ ਮਹਾਰਾਜ ਸੰਗਤ ਵਿੱਚ ਬੈਠੇ ਬੈਠੇ ਉੱਠ ਕੇ ਤੁਰ ਪਏ। ਗੁਰਮੁਖ ਰਾਵੀ ਦਰਿਆ ਨੂੰ ਟੱਪ ਕੇ ਜੰਗਲ ਵੱਲ ਨੂੰ ਹੋ ਤੁਰੇ, ਸੰਗਤ ਵੀ ਮਗਰ ਮਗਰ। ਅਤੇ ਜਾਂਦਿਆਂ ਜਾਂਦਿਆਂ ਸਤਿਗੁਰ ਨੇ ਮਾਇਆ ਦੇ ਢੇਰ ਲਾਤੇ। ਕਈ ਕਹਿੰਦੇ ਹੁਣ ਬਾਬੇ ਤੋਂ ਕੀ ਲੈਣਾ, ਆਪਾਂ ਮਾਇਆ ਚੱਕ ਲਓ। ਮਾਇਆ ਚੱਕ ਕੇ ਵਾਪਸ ਮੁੜ ਆਏ। ਕਈ ਫੇਰ ਵੀ ਮਗਰ ਤੁਰੇ ਗਏ। ਜਿਨ੍ਹਾਂ ਕੋਲੇ ਮਾਇਆ ਬਹੁਤ ਸੀ ਉਹ ਕਹਿੰਦੇ ਆਪਣੇ ਕੋਲੇ ਆਪਦੇ ਕੋਲ ਹੀ ਬਹੁਤ, ਆਪਾਂ ਕੀ ਲੈਣਾ, ਅੱਗੇ ਚੱਲੋ। ਅੱਗੇ ਸਤਿਗੁਰ ਨੇ ਚਾਂਦੀ ਦੇ ਢੇਰ ਲਾਏ। ਕਈ ਫਿਰ ਮਾਇਆ ਤੋਂ ਤਾਂ ਟੱਪਿਆ ਅਸੀਂ, ਚਾਂਦੀ ਚੁਲਝ ਗਏ। ਗੁਰਮੁਖੋ ਸਤਿਗੁਰ ਫੇਰ ਅੱਗੇ ਗਏ। ਜਿਹੜੇ ਫੇਰ ਵੀ ਮੰਗਰ ਗਏ, ਮਹਾਰਾਜ ਨੇ ਸੋਨੇ ਦੀਆਂ ਮੋਹਰਾਂ ਦੇ ਢੇਰ ਲਾਤੇ। ਕੁਛ ਗੁਰਮੁਖ ਪਿਆਰਿਓ ਉੱਥੇ ਸੋਨੇ ਦੀਆਂ ਮੋਹਰਾਂ ਚੱਕਣ ਲੱਗ ਗਏ, ਕਿਉਂਕਿ ਸਤਿਗੁਰ ਕਹਿੰਦੇ ਰਹੇ ਵੀ ਸਾਡੇ ਮੰਗਰੋਂ ਕੀ ਲੈਣਾ ਹੈ, ਜਿਹਨੂੰ ਲੋੜ ਆ ਆਹ ਲੈ ਜਾਓ ਅਤੇ ਜਾਓ ਵਾਪਸ, ਅਸੀਂ ਨਹੀਂ ਹੁਣ ਮੁੜਨਾ। ਕਈ ਸੋਨੇ ਦੇ ਲਾਲਚ ਵਿੱਚ ਵੀ ਨਹੀਂ ਆਏ, ਕਿ ਜਿਨ੍ਹਾਂ ਕੋਲੇ ਸਿਉਣਾ ਸੀਗਾ ਵਾਧੂ, ਉਹ ਕਹਿੰਦੇ ਆਪਣੇ ਕੋਲੇ ਹੈਗਾ, ਅੱਗੇ ਚੱਲੀਏ। ਸਤਿਗੁਰ ਅੱਗੇ ਹੋਰ ਜੰਗਲ ਵਿੱਚ ਗਏ ਤਾਂ ਪਾਰਸ ਦਾ ਇੱਕ ਵੱਟਾ ਚੱਕਿਆ। ਗੁਰਮੁਖ ਉੱਥੇ 5 ਸਿੱਖ ਫੇਰ ਵੀ ਨਾਲ ਸੀ, ਬਾਬਾ ਬੁੱਢਾ ਜੀ, ਭਾਈ ਭਗੀਰਥ ਜੀ, ਭਾਈ ਲਹਿਣਾ ਜੀ, 2 ਹੋਰ। ਉਹਨਾਂ ਨੂੰ ਕਹਿੰਦੇ ਵੀ ਜੇ ਸਿਉਣਾ ਚਾਂਦੀ ਤੁਹਾਨੂੰ ਨਹੀਂ ਚਾਹੀਦਾ, ਪਾਰਸ ਲੈ ਜਾਓ, ਮੁੜ ਜਾਓ ਵਾਪਸ, ਸਾਥੋਂ ਕੀ ਲੈਣਾ ਹੈ। 2 ਗੁਰਮੁਖ ਪਿਆਰਿਓ ਫਿਰ ਪਾਰਸ ਲੈ ਕੇ ਮੁੜ ਗਏ। ਪਰ ਉਸ ਵੇਲੇ ਬਾਬਾ ਬੁੱਢਾ ਜੀ ਤੇ ਭਾਈ ਲਹਿਣਾ ਜੀ ਇਹ ਫਿਰ ਵੀ ਮੰਗਰ ਮੰਗਰ ਜਾਈ ਜਾ। ਕਹਿੰਦੇ ਮਹਾਰਾਜ ਨਾ ਮਾਇਆ ਦੀ, ਨਾ ਚਾਂਦੀ ਦੀ, ਨਾ ਸਿਉਨੇ ਦੀ, ਨਾ ਪਾਰਸ ਦੀ ਸਾਨੂੰ ਨਹੀਂ ਲੋੜ, ਸਾਨੂੰ ਤਾਂ ਤੁਸੀਂ ਚਾਹੀਦੇ ਹੋ। ਉੱਥੇ ਵੀ ਫਿਰ ਪਰਖ ਕੀਤੀ
ਕਹਿੰਦੇ ਇੱਕ ਮੁਰਦਾ ਪਿਆ ਸੀ, ਚਾਦਰ ਵਿਛਾਈ ਪਈ, ਚਿੱਟੀ ਚਾਦਰ ਉੱਪਰ ਪਾਈ ਹੋਈ। ਸਤਿਗੁਰ ਕਹਿੰਦੇ ਮੁਰਦਾ ਪਿਆ ਹੈ, ਇਹਨੂੰ ਖਾ ਲਓ। ਜਦੋਂ ਮੁਰਦਾ ਖਾਣ ਦੀ ਵਾਰੀ ਆਈ, ਬਾਬਾ ਬੁੱਢਾ ਜੀ ਤੇ ਭਾਈ ਲਹਿਣਾ ਜੀ ਖੜੇ ਵੇਖੀ ਜਾਣ, ਤੇ ਮਹਾਰਾਜ ਕੋਲੇ ਸੋਟਾ ਸੀ। ਸਤਿਗੁਰ ਨੇ ਦੋਨਾਂ ਦੇ ਸੋਟਾ ਵੀ ਮਾਰਿਆ। ਉੱਥੇ ਬਾਬਾ ਬੁੱਢਾ ਜੀ ਇੱਕ ਦਰਖਤ ਦੇ ਓਹਲੇ ਲੁਕ ਗਏ, ਪਰ ਭਾਈ ਲਹਿਣਾ ਜੀ ਫਿਰ ਵੀ ਮੁਰਦੇ ਕੋਲੇ ਖੜੇ ਰਹੇ। ਮਹਾਰਾਜ ਕਹਿੰਦੇ ਛਕ ਲੈ ਹੁਣ। ਕਹਿੰਦਾ ਜੀ ਪੁੱਛਣਾ ਚਾਹੁੰਦਾ ਵੀ ਇਹਨੂੰ ਪੈਰਾਂ ਵਾਲੇ ਪਾਸਿਓਂ ਖਾਵਾਂ ਜਾਂ ਸਿਰ ਵਾਲੇ ਪਾਸਿਓਂ ਖਾਵਾਂ। ਕਹਿੰਦੇ ਤੇਰੀ ਮਰਜ਼ੀ। ਪਰ ਜਦੋਂ ਚਾਦਰ ਭਾਈ ਲਹਿਣਾ ਜੀ ਨੇ ਚੱਕੀ, ਮੁਰਦੇ ਦੀ ਥਾਂ ਫੁੱਲਾਂ ਦੀ ਢੇਰੀ ਨਿਕਲੀ। ਆਖੋ ਸਤਨਾਮ। ਉਸ ਪਰਖ ਵਿੱਚ ਭਾਈ ਲਹਿਣਾ ਜੀ ਪਾਸ ਹੋਏ, ਤੇ ਬਾਬਾ ਬੁੱਢਾ ਜੀ ਵੀ ਦਰਖਤ ਦੇ ਓਹਲੇ ਖੜੇ ਖੜੇ ਆਏ, ਸਤਿਗੁਰ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਬੇਨਤੀ ਕੀਤੀ, ਮਹਾਰਾਜ ਮੈਂ ਤੁਹਾਡੀ ਪਰਖ ਦੇ ਮੁਤਾਬਕ ਪੂਰਾ ਨਹੀਂ ਉਤਰ ਸਕਦਾ, ਮੈਨੂੰ ਪਰਖਾਂ 'ਚ ਨਾ ਪਾਓ। ਮੇਰੀ ਤਾਂ ਇੱਕੋ ਹੀ ਬੇਨਤੀ ਹੈ, ਰਹਿਣਾ ਤਾਂ ਤੁਹਾਡੇ ਹੀ ਬਣ ਕੇ ਹੈ, ਬਸ ਅੰਤਮ ਸਵਾਸਾਂ ਤੱਕ ਸਿੱਖੀ ਸੇਵਕੀ ਨਿਭ ਜੇ। ਆਖੋ ਸਤਨਾਮ। ਲਓ ਬੋਲਿਓ ਸਾਰੇ। ਬਾਬਾ ਬੁੱਢਾ ਜੀ ਨੇ ਕਿਹਾ ਸੀ, ਸੱਚੇ ਪਾਤਸ਼ਾਹ ਪਰਖੀ ਨਾ ਪ੍ਰੀਤਮਾ ਪ੍ਰੀਤ ਮੇਰੀ, ਪਰਖੀ ਨਾ ਪ੍ਰੀਤਮਾ ਪ੍ਰੀਤ ਮੇਰੀ, ਪਰਖੀ ਨਾ मेरी प्रीत प्रतीत बनाई रखी, परखी ना प्रीतमा प्रीत मेरी, परखी ना प्रीतमा प्रीत मेरी। परखी ना प्रीतमा प्रीत मेरी, प्रीत प्रतीत बनाई रखी, किसे गैर दी नजर ना चढ़ जाइए, किसे गैर दी नजर ना चढ़ जाइए। नजर अपनी साडे ते लाई रखी, किसे गैर दी नजर ना चढ़ जाइए, गैर दी नजर ना चढ़ जाइए। लाई रखी किसे गैर दी नजर ना, किसे गैर दी नजर ना चढ़ जाइए। नजर अपनी साडे ते लाई रखी, कहंदे सच्चे पातशाह सानू परखां च ना पायो, बस अपने बना के रखियो। आखो सतनाम। महाराज हस पे ते बाबा बुढ़ा जी नू गलवकड़ी पा के कहंदे, बुढ़िया जो भी होई जावे मैं तैथों दूर नहीं हुंदा। आखो सतनाम। ये पहले सिख ने बाबा बुढ़ा जी जिन्हां नू कहा मैं तैथों दूर नहीं हाँ। चले गए करतारपुर साहब, संगत बहुत इकट्ठी हुई। भाई लहणा जी नू अपने वाले आसन ते बिठा के साफ वस्त्र पहनाए, तिलक लवाया बाबा बुढ़ा जी तो। पहला मत्था गुरु नानक साहब ने आप टेकिया भाई लहणा जी नू, नाले बचन किया हुण ये लहणा नहीं रहा, हुण ये बन गए ने गुरु अंगद देव महाराज। साडा ही रूप ने, जो चाहिदा इन्हां दी सेवा करके लै लो। ते दूजे नंबर ते जे गुरु अंगद देव नू मत्था टेकण दा समा मिलिया ते वो मिलिया बाबा बुढ़ा जी नू गुरमुख। ते नाल गुरु नानक साहब ने कहा सी, गुरु अंगद देव जी तुसी इत्थे नहीं रहना, खडूर साहब चले जाओ। उधरों तां गुरु नानक साहब दे विछोड़े दा दुख, गुरु अंगद देव आ गए खडूर साहब। खडूर साहब इन्हां दी एक भूआ सी गुरमुखो, माता भराई। ਉਹਦੇ ਘਰੇ ਆ ਕੇ ਕਮਰੇ 'ਚ ਬਹਿ ਗਏ ਤੇ ਕਹਿੰਦੇ ਭੂਆ ਜੀ ਕਿਸੇ ਨੂੰ ਦੱਸਣਾ ਨਹੀਂ ਵੀ ਮੈਂ ਇੱਥੇ ਆ।
ਹੁਣ ਉਧਰ ਜਿਹੜੀ ਕਰਤਾਰਪੁਰ ਸਾਹਿਬ ਸੰਗਤ ਸੀ ਉਹਨੇ ਤਾਂ ਗੁਰੂ ਦੇ ਦਰਸ਼ਨ ਕਰਨੇ ਸੀ। ਗੁਰੂ ਨਾਨਕ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੂੰ ਲੱਭਣਾ ਸ਼ੁਰੂ ਕਰਤਾ। ਬਹੁਤ ਭਾਲਿਆ, ਜਦੋਂ ਨਾ ਮਿਲੇ ਖਡੂਰ ਸਾਹਿਬ ਵੀ ਆ ਗਏ। ਕਈ ਥਾਵਾਂ 'ਤੇ ਭਾਲ ਕੀਤੀ, ਗੁਰੂ ਅੰਗਦ ਦੇਵ ਜੀ ਦੇ ਘਰੇ ਵੀ ਪੁੱਛਿਆ। ਮਾਤਾ ਖੀਵੀ ਜੀ ਕਹਿੰਦੇ ਮੈਨੂੰ ਤਾਂ ਆਪ ਨਹੀਂ ਪਤਾ। ਫਿਰ ਸੰਗਤਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ, ਮਹਾਰਾਜ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਤੇਰੇ ਤੋਂ ਅਸੀਂ ਦੂਰ ਨਹੀਂ ਹੁੰਦੇ, ਦੱਸੋ ਹੁਣ ਗੁਰੂ ਸਾਹਿਬ ਕਿੱਥੇ ਨੇ। ਫਿਰ ਬਾਬਾ ਬੁੱਢਾ ਜੀ ਅੰਤਰ ਧਿਆਨ ਹੋ ਕੇ ਵੇਖਿਆ ਤੇ ਲੱਭਦੇ ਲੱਭਦੇ ਮਾਤਾ ਭਰਾਈ ਜੀ ਦੇ ਘਰ ਮੂਹਰੇ ਆ ਗਏ। ਆ ਕੇ ਕਹਿੰਦੇ ਮਾਤਾ ਤੈਨੂੰ ਪਤਾ ਗੁਰੂ ਅੰਗਦ ਦੇਵ ਕਿੱਥੇ ਨੇ? ਉਹ ਕਹਿੰਦੀ ਜੀ ਨਹੀਂ ਮੈਨੂੰ ਨਹੀਂ ਪਤਾ। ਕਹਿੰਦੀ ਜੀ ਮੈਨੂੰ ਨਹੀਂ ਪਤਾ। ਬਾਬਾ ਬੁੱਢਾ ਜੀ ਕਹਿੰਦੇ ਦੱਸ ਨਾਂ ਦੱਸ, ਤੇਰੇ ਚਿਹਰੇ ਦਾ ਜਲਾਲ ਦੱਸਦਾ ਵੀ ਤੈਨੂੰ ਪਤਾ ਹੈ ਗੁਰੂ ਅੰਗਦ ਦੇਵ ਇਸ ਵੇਲੇ ਕਿੱਥੇ ਨੇ। ਗੁੱਜੜਾ ਲੱਧਮ ਲਾਲ ਮੱਥੇ ਹੀ ਪ੍ਰਗਟ ਥਿਆ। ਕਹਿੰਦੇ ਤੇਰਾ ਚਿਹਰਾ ਤੇਰੇ ਮਸਤਕ ਦਾ ਤੇਜ ਪ੍ਰਤਾਪ ਦੱਸਦਾ ਹੈ ਤੈਨੂੰ ਗੁਰੂ ਦੇ ਦਰਸ਼ਨ ਹੋਏ ਨੇ। ਕਹਿੰਦੀ ਜੀ ਫਿਰ ਆਪੇ ਲੱਭ ਲਓ। ਫਿਰ ਗੇਟ ਮੂਹਰੇ ਖੜ੍ਹ ਕੇ, ਦਰਵਾਜ਼ਾ ਬੰਦ ਸੀ, ਮਿੱਟੀ ਲਾ ਕੇ ਪੋਚਿਆ ਹੋਇਆ ਪੂਰਾ। ਗੇਟ ਮੂਹਰੇ ਖੜ੍ਹ ਕੇ ਸੰਗਤ ਸਮੇਤ ਬਾਬਾ ਬੁੱਢਾ ਜੀ ਨੇ ਇੱਕ ਸ਼ਬਦ ਪੜ੍ਹਿਆ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ। ਜਦੋਂ ਇਹ ਸ਼ਬਦ ਗਾਇਆ ਉੱਚੀ ਧਾਰਨਾ ਰੂਪ 'ਚ, ਤੇ ਗੁਰੂ ਅੰਗਦ ਦੇਵ ਰਹਿ ਨਾ ਸਕੇ। ਜਿਹੜਾ ਦਰਵਾਜ਼ਾ ਬੰਦ ਸੀ ਧੱਕਾ ਮਾਰ ਕੇ ਆਪ ਹੀ ਖੋਲ੍ਹਿਆ ਤੇ ਬਾਹਰ ਆ ਗਏ ਗੁਰਮੁਖ। ਇਹ ਬਾਣੀ ਦਾ ਪ੍ਰਤਾਪ ਹੈ ਜਿਹੜੀ ਆਪਾਂ ਪੜ੍ਹਨੀ ਛੱਡਤੀ। ਜਿੱਥੇ ਗੁਰਬਾਣੀ ਦਾ ਜਪ ਹੁੰਦਾ ਹੈ ਉੱਥੇ ਤਾਂ ਗੁਰੂ ਸਾਹਿਬ ਰੱਬ ਆਪ ਆਉਂਦੇ ਆ। ਆਖੋ ਸਤਿਨਾਮ। ਤੇ ਗੁਰਮੁਖ ਪਿਆਰਿਓ ਆ ਗਏ ਬਾਹਰ। ਸੰਗਤਾਂ ਨੇ ਦਰਸ਼ਨ ਕੀਤੇ। ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਤੁਸੀਂ ਤਾਂ ਛੁਪ ਕੇ ਬੈਠੇ ਹੋ, ਪਰ ਸੰਗਤ ਆਪ ਜੀ ਦੇ ਦਰਸ਼ਨਾਂ ਨੂੰ ਆਈ ਹੈ, ਇਹਨਾਂ ਨੂੰ ਦਰਸ਼ਨ ਦਿਓ, ਫਿਰ ਉਪਦੇਸ਼ ਦਿਓ। ਇਸ ਤਰ੍ਹਾਂ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੂੰ ਲੱਭਿਆ। ਉਹਨਾਂ ਦੇ ਸਮੇਂ ਵੀ ਸਾਰੀ ਜ਼ਿੰਦਗੀ ਸੇਵਾ ਕੀਤੀ। ਗੁਰੂ ਅੰਗਦ ਦੇਵ ਜੀ ਤੋਂ ਬਾਅਦ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ। ਗੁਰੂ ਅੰਗਦ ਦੇਵ ਜੀ ਨੇ ਜਦੋਂ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੂੰ ਦਿੱਤੀ, ਉਦੋਂ ਵੀ ਬਾਬਾ ਬੁੱਢਾ ਜੀ ਨੇ ਤਿਲਕ ਲਾਇਆ। ਤਿਲਕ ਲਾਉਣ ਤੋਂ ਬਾਅਦ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ। ਤੇ ਗੁਰੂ ਅਮਰਦਾਸ ਮਹਾਰਾਜ ਵੇਲੇ ਪਤਾ ਕੀ ਹੋਇਆ, ਕਿਸੇ ਨੇ ਗੁਰੂ ਅੰਗਦ ਦੇਵ ਦੇ ਸਪੁੱਤਰ ਭਾਈ ਦਾਤੂ ਜੀ ਨੂੰ ਚੱਕ ਦੇਤੀ। ਕਹਿੰਦੇ ਅਮਰਦਾਸ ਤਾਂ ਬਜ਼ੁਰਗ ਬੰਦਾ, ਤੁਹਾਡਾ ਰਿਸ਼ਤੇਦਾਰ, ਗੁਰਤਾ ਗੱਦੀ ਉਹ ਸਾਂਭ ਕੇ ਬਹਿ ਗਿਆ, ਹੱਕ ਤੁਹਾਡਾ ਬਣਦਾ ਸੀ, ਕਿਉਂਕਿ ਪਿਓ ਦੀ ਚੀਜ਼ ਪੁੱਤ ਨੂੰ ਮਿਲਣੀ ਚਾਹੀਦੀ ਸੀ। ਕਹਿੰਦੇ ਇੱਦਾਂ ਕਰ, ਜਦੋਂ ਗੁਰੂ ਅਮਰਦਾਸ ਆਸਣ 'ਤੇ ਬੈਠੇ ਹੋਣ ਤੂੰ ਉਹਨਾਂ ਦੀ ਬੇਇੱਜ਼ਤੀ ਕਰਦੇ। ਕਹਿੰਦੇ ਚੱਕ ਬੜੀ ਮਾੜੀ ਚੀਜ਼ ਹੈ ਗੁਰਮੁਖ। ਉਹ ਚੱਕ ਦਿੱਤੀ ਹੋਈ ਸੀ। ਭਾਈ ਦਾਤੂ ਜੀ ਗਏ, ਪਹਿਲਾਂ ਤਾਂ ਜਾ ਕੇ ਹੀ ਮੱਥਾ ਟੇਕਿਆ। ਜਦੋਂ ਉੱਪਰ ਦੀ ਪਰਿਕਰਮਾ ਕਰਨ ਲੱਗੇ, ਇਹਨੂੰ ਕਿਸੇ ਨੂੰ ਕੀ ਪਤਾ ਸੀ ਮੰਚ ਕੀ ਹੈ। ਆਸਣ ਦੇ ਉੱਤੇ ਗੁਰੂ ਅਮਰਦਾਸ ਬਿਰਾਜਮਾਨ, ਤੇ ਭਾਈ ਦਾਤੂ ਜੀ ਨੇ ਤਾਂ ਜਾ ਕੇ ਪਿੱਛੋਂ ਦੀ ਲੱਤ ਮਾਰੀ ਜ਼ੋਰ ਨਾਲ। ਗੁਰੂ ਅਮਰਦਾਸ ਡਿੱਗ ਪਏ ਆਸਣ ਤੋਂ ਹੇਠਾਂ। ਉੱਠ ਕੇ ਆਪਣੇ ਸਰੀਰ ਨੂੰ ਸੰਭਾਲਿਆ, ਕੋਈ ਗੁੱਸਾ ਨਹੀਂ ਕੀਤਾ, ਬੁਰਾ ਨਹੀਂ ਬੋਲਿਆ, ਸਗੋਂ ਭਾਈ ਦਾਤੂ ਜੀ ਦੇ ਚਰਨ ਫੜ ਲਏ। ਕਹਿੰਦੇ ਤੁਸੀਂ ਵੱਡੇ ਗੁਰੂਆਂ ਦੇ ਸਪੁੱਤਰ, ਮੇਰਾ ਫਰਜ਼ ਬਣਦਾ ਸੀ ਜਦੋਂ ਗੇਟੋਂ ਐਂਟਰ ਹੋਏ ਹੋ ਮੈਂ ਉੱਥੇ ਹੀ ਜਾ ਕੇ ਤੁਹਾਡਾ ਸਨਮਾਨ ਕਰਦਾ। ਗਲਤੀ ਮੇਰੀ, ਮੈਨੂੰ ਤਾਂ ਗਲਤੀ ਦੀ ਸਜ਼ਾ ਮਿਲ ਗਈ, ਪਰ ਤੁਸੀਂ ਦੱਸੋ ਕਿਤੇ ਤੁਹਾਡੇ ਚਰਨਾਂ ਨੂੰ ਚੋਟ ਤਾਂ ਨਹੀਂ ਲੱਗੀ। ਆਖੋ ਸਤਿਨਾਮ। ਇੰਨੀ ਨਿਮਰਤਾ। ਤੇ ਭਾਈ ਦਾਤੂ ਨੇ ਕਿਹੜਾ ਮਾਫੀ ਮੰਗਣੀ ਸੀ। ਕਹਿੰਦਾ ਨਿਕਲ ਜਾ ਇੱਥੋਂ, ਗੁਰਤਾ ਗੱਦੀ ਦਾ ਹੱਕ ਹੈ ਸਾਡਾ, ਸਵੇਰ ਤੱਕ ਇੱਥੇ ਅਮਰਦਾਸ ਤੂੰ ਰਹਿਣਾ ਨਹੀਂ ਚਾਹੀਦਾ। ਆ ਬੋਲ ਬੋਲੇ। ਗੁਰੂ ਅਮਰਦਾਸ ਕਹਿੰਦੇ ਠੀਕ ਹੈ ਜੀ। ਉੱਥੋਂ ਚੱਲੇ ਗੁਰਮੁਖ ਪਿਆਰਿਓ। ਜਦੋਂ ਜਾਓ ਨਾ ਬਾਸਰ ਕੇ, ਇਹ ਗੁਰੂ ਅਮਰਦਾਸ ਜੀ ਦਾ ਪਿੰਡ ਹੈ ਪੁਰਾਣਾ, ਉੱਥੇ ਗੁਰਦੁਆਰਾ ਸੰਨ ਸਾਹਿਬ, ਉੱਥੇ ਆ ਕੇ ਛੁਪ ਕੇ ਬਹਿ ਗਏ।
ਤੇ ਬਾਰ ਮੂਹਰੇ ਲਿਖ ਕੇ ਲਾਤਾ ਕਿ ਇਸ ਦਰਵਾਜ਼ੇ ਨੂੰ ਕੋਈ ਖੋਲ੍ਹੇ ਨਾ, ਜਿਹੜਾ ਖੋਲੂ ਉਹ ਸਾਡਾ ਸਿੱਖ ਨਹੀਂ ਹੋ ਸਕਦਾ। ਲਿਖ ਕੇ ਲਾਤਾ। ਸੰਗਤ ਲੱਭਦੀ ਲੱਭਦੀ ਗੁਰੂ ਅਮਰਦਾਸ ਮਹਾਰਾਜ ਨੂੰ ਪਤਾ ਲੱਗ ਗਿਆ ਵੀ ਇੱਥੇ ਲਿਖ ਕੇ ਲਾਇਆ, ਇਹਦਾ ਮਤਲਬ ਗੁਰੂ ਸਾਹਿਬ ਇੱਥੇ ਨੇ। ਪਰ ਡਰਦਾ ਕੋਈ ਖੋਲ੍ਹੇ ਨਾ ਵੀ ਲਿਖ ਕੇ ਲਾਇਆ, ਜਿਹੜਾ ਦਰਵਾਜ਼ਾ ਖੋਲੂ ਸਾਡਾ ਸਿੱਖ ਨਹੀਂ। ਬਾਬਾ ਬੁੱਢਾ ਜੀ ਨੂੰ ਫਿਰ ਬੇਨਤੀ ਕੀਤੀ, ਮਹਾਂਪੁਰਸ਼ੋ ਕਰੋ ਕੋਈ ਉਪਰਾਲਾ, ਹੁਣ ਕੀ ਕਰੀਏ। ਬਾਬਾ ਬੁੱਢਾ ਜੀ ਨੇ ਗੁਰੂ ਅਮਰਦਾਸ ਜੀ ਦੀ ਘੋੜੀ ਨੂੰ ਮੂਹਰੇ ਲਾ ਲਿਆ। ਗੁਰਮੁਖੋ ਪਤਾ ਤਾਂ ਸੀਗਾ ਪਰ ਦੱਸਿਆ ਨਹੀਂ ਵੀ ਮੈਨੂੰ ਪਤਾ ਹੈ। ਸਾਬਰ ਅੰਦਰ ਸਾਬਰੀ ਤਨ ਏਵੈ ਜਲੇਨ, ਹੁਣ ਨਜੀਕ ਖੁਦਾਏ ਦਾ ਭੇਤ ਨਾ ਕਿਸੈ ਦੇਣ। ਘੋੜੀ ਨੂੰ ਮੂਹਰੇ ਤੋਰ ਲਿਆ, ਮੰਗਰ ਮੰਗਰ ਆਪ ਨਾਲੇ ਸੰਗਤ ਆ ਗਈ ਘੋੜੀ ਉੱਥੇ ਬਾਸਰ ਕੇ। ਜਦੋਂ ਦੇਖਿਆ ਮੂਹਰੇ ਲਿਖ ਕੇ ਲਾਇਆ ਹੋਇਆ, ਸਾਰੇ ਕਹਿੰਦੇ ਜੀ ਹੁਣ ਕੀ ਕਰੀਏ। ਬਾਬਾ ਬੁੱਢਾ ਜੀ ਕਹਿੰਦੇ ਫਿਕਰ ਨਾ ਕਰੋ, ਮੂਹਰੋਂ ਦਰਵਾਜ਼ਾ ਨਹੀਂ ਖੋਲ੍ਹਿਆ, ਪਿਛਲੇ ਪਾਸੋਂ ਦੀ ਕੰਧ ਨੂੰ ਪਾੜ ਲਾ ਲਿਆ। ਗੁਰੂ ਲੰਘਣ ਜੋਗਾ ਥਾਂ ਕਰਕੇ ਨਾ ਵਿੱਚ ਦੀ ਟੱਪ ਗਏ। ਅੱਗੇ ਗੁਰੂ ਅਮਰਦਾਸ ਮਹਾਰਾਜ ਦਾ ਚੌਕੜਾ ਲੱਗਿਆ, ਨੇਤਰ ਬੰਦ, ਸਮਾਧੀ ਜੁੜੀ ਹੋਈ, ਤੇ ਜਾ ਕੇ ਚਰਨਾਂ ਤੇ ਨਮਸਕਾਰ ਕੀਤੀ, ਮੱਥਾ ਟੇਕਿਆ। ਗੁਰੂ ਅਮਰਦਾਸ ਕਹਿੰਦੇ ਬੁੱਢਿਆ ਤੈਨੂੰ ਪਤਾ ਨਹੀਂ ਬਾਹਰ ਲਿਖ ਕੇ ਲਾਇਆ ਹੋਇਆ ਵੀ ਕੋਈ ਦਰਵਾਜ਼ਾ ਨਾ ਖੋਲ੍ਹੇ, ਜਿਹੜਾ ਖੋਲੂ ਸਾਡਾ ਸਿੱਖ ਨਹੀਂ। ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਅਸੀਂ ਸਭ ਤੋਂ ਪਹਿਲਾਂ ਤੁਹਾਡਾ ਹੀ ਹੁਕਮ ਮੰਨਿਆ, ਅਸੀਂ ਦਰਵਾਜ਼ਾ ਨਹੀਂ ਖੋਲ੍ਹਿਆ, ਅਸੀਂ ਤਾਂ ਪਿੱਛੋਂ ਦੀ ਬੰਦ ਦਰਵਾਜ਼ੇ ਖੋਲ੍ਹ ਕੇ ਆਏ ਹਾਂ, ਕਿਉਂਕਿ ਸੰਗਤ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹੈ। ਸੰਗਤਾਂ ਵਿੱਚ ਵਸਦਾ ਹੈ ਮੇਰਾ ਗੁਰ ਨਾਨਕ ਪਿਆਰਾ, ਸੰਗਤਾਂ ਵਿੱਚ ਵਸਦਾ ਹੈ ਮੇਰਾ ਗੁਰ ਨਾਨਕ ਪਿਆਰਾ। ਸੰਗਤ ਵਿੱਚ ਵਸਦਾ ਹੈ ਮੇਰਾ ਗੁਰ ਨਾਨਕ ਪਿਆਰਾ, ਸੰਗਤਾਂ ਵਿੱਚ ਵਸਦਾ ਹੈ ਮੇਰਾ ਗੁਰ ਨਾਨਕ ਪਿਆਰਾ। ਕਹਿੰਦੇ ਜੀ ਸੰਗਤ ਵੱਡੀ ਹੈ, ਸੰਗਤ ਦਾ ਹੁਕਮ ਸੀ ਗੁਰੂ ਅਮਰਦਾਸ ਦੇ ਦਰਸ਼ਨ ਕਰਵਾਓ। ਆਓ ਮਹਾਰਾਜ ਬਾਹਰ ਆਓ, ਸੰਗਤਾਂ ਨੂੰ ਦਰਸ਼ਨ ਦਿਓ। ਐਸੀ ਜੁਗਤੀ ਗੁਰੂ ਅਮਰਦਾਸ ਜੀ ਨੂੰ ਇੱਥੇ ਪ੍ਰਗਟ ਕੀਤਾ। ਆਖੋ ਸਤਿਨਾਮ। ਫਿਰ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਸੇਵਾ ਕਰਵਾਉਂਦੇ ਰਹੇ। ਉਦੋਂ ਨਾ ਜਾਤ ਪਾਤ ਊਚ ਨੀਚ ਦਾ ਬੜਾ ਬੋਲਬਾਲਾ ਸੀ। ਗੁਰੂ ਸਤਿਗੁਰੂ ਅਮਰਦਾਸ ਜੀ ਨੇ ਇਹਨੂੰ ਦੂਰ ਕਰਨ ਵਾਸਤੇ ਖੂਹ ਲਗਵਾਇਆ। ਗੁਰਮੁਖੋ ਜਿਹਨੂੰ ਆਪਾਂ ਬੌਲੀ ਸਾਹਿਬ ਕਹਿੰਦੇ ਹਾਂ। ਪਰ ਤੁਹਾਨੂੰ ਪਤਾ ਵੀ ਬੌਲੀ ਤੇ ਖੂਹ 'ਚ ਫਰਕ ਕੀ ਹੁੰਦਾ? ਖੂਹ ਉਹ ਹੁੰਦਾ ਹੈ ਜਿਹਦੇ ਵਿੱਚੋਂ ਜਲ ਪਾਣੀ ਰੱਸਿਆਂ ਨਾਲ ਜਾਂ ਡੋਲ ਨਾਲ ਕੱਢਿਆ ਜਾਵੇ, ਤੇ ਬੌਲੀ ਉਹਨੂੰ ਕਿਹਾ ਜਾਂਦਾ ਸੀ। ਹੁੰਦਾ ਤਾਂ ਉਹ ਵੀ ਖੂਹ ਹੀ ਹੈ, ਧਰਤੀ 'ਚੋਂ ਪਾਣੀ ਹੁੰਦਾ ਹੈ, ਪਰ ਪੌੜੀਆਂ ਬਣਾਈਆਂ ਜਾਂਦੀਆਂ ਸੀ ਪਾਣੀ ਤੱਕ ਇਨਸਾਨ ਚੱਲ ਕੇ ਪਹੁੰਚ ਸਕੇ, ਉਹਨੂੰ ਬੌਲੀ ਸਾਹਿਬ ਆਖਿਆ ਜਾਂਦਾ। ਆਖੋ ਸਤਿਨਾਮ। ਹੁਣ ਸਭ ਤੋਂ ਪਹਿਲਾਂ ਪਾਣੀ ਦਾ ਪ੍ਰਬੰਧ ਕਰਨਾ ਸੀ, ਤੇ ਜਦੋਂ ਬੌਲੀ ਸਾਹਿਬ ਦਾ ਟੱਕ ਲਾਉਣਾ ਸੀ ਬਹੁਤ ਸੰਗਤ ਇਕੱਠੀ ਹੋਈ। ਪਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਬਾਬਾ ਬੁੱਢਾ ਜੀ ਇਹ ਬੌਲੀ ਸਾਹਿਬ ਦਾ ਟੱਕ ਅਸੀਂ ਤੁਹਾਡੇ ਤੋਂ ਲਵਾਉਣਾ ਹੈ। ਬਾਬਾ ਬੁੱਢਾ ਜੀ ਤੋਂ ਟੱਕ ਲਗਵਾਇਆ, ਕਿਉਂਕਿ ਤੁਸੀਂ ਗੁਰੂ ਨਾਨਕ ਸਾਹਿਬ ਤੋਂ ਹੁਣ ਤੱਕ ਸੇਵਾ ਕੀਤੀ ਹੈ। ਇਹ ਸੇਵਾ ਦੀਆਂ ਵਡਿਆਈਆਂ ਗੁਰਮੁਖੋ, ਤੇ ਸੇਵਾ ਸਾਥੋਂ ਛੁੱਟ ਗਈ। ਆਪਾਂ ਚਾਹੁੰਦੇ ਹਾਂ ਸਾਡੀ ਤਾਂ ਸੇਵਾ ਹੋਈ ਜਾਵੇ, ਸਾਨੂੰ ਨਾ ਕਰਨੀ ਪੈ ਜੇ। ਆਖੋ ਸਤਿਨਾਮ। ਤੇ ਮਹਾਰਾਜ ਕਹਿੰਦੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਜਿੰਨੀ ਇਨਸਾਨ ਸੇਵਾ ਕਰੇਗਾ ਉਨਾ ਹੀ ਤੇਰਾ ਮਾਣ ਸਤਿਕਾਰ ਵਧੂ, ਤੇ ਦੁਨੀਆ ਵਿੱਚ ਰੱਬ ਦੀ ਦਰਗਾਹ ਵਿੱਚ ਤੈਨੂੰ ਵੱਖਰਾ ਸਥਾਨ ਪ੍ਰਾਪਤ ਹੋਣਾ। ਬੌਲੀ ਸਾਹਿਬ ਦਾ ਟੱਕ ਲਾਇਆ,
जिन्ना चिर बौली साहब तैयार होई, बाबा बुढ़ा जी ने मूहरे लग के आप सेवा करवाई। ते अपने चारे सपुत्र भाई सधारी जी, भाई भखारी जी, भाई महमू जी, भाई भाना जी, इन्हों भी नाल सेवा चलाया। गुरमुखों बौली साहब की सेवा की। ते उधरों अकबर बादशाह चित्तौड़गढ़ का किला जितना चाहता सी। उन्हें गुरु अमरदास जी नूं कीती बेनती ते वो जित गया। गुरमुखो जदों चित्तौड़गढ़ ते राज कर लिया ना अकबर ने, वो खुशी विच फिर गुरु अमरदास जी कोले आया। झबाल परगणे दे 12 पिंड गुरु अमरदास जी नूं भेटा करते। ते गुरु अमरदास महाराज कहंदे ये 12 पिंडां दे मुखी बाबा बुढ़ा जी नूं बना दिओ। आखो सतनाम। 88 पिंड तुसीं जाने हो ना गुरमुखो, बाबा बुढ़ा जी का स्थान है। वो 12 पिंडां दी जगीर अकबर ने दिती सी ते वो सौंपी सी बाबा बुढ़ा जी नूं गुरु अमरदास ने। उत्थे मੱਝਾਂ ਗਾਵਾਂ रखणियां, खेतीबाड़ी का कार विहार करना। गुरु अमरदास तो बाद चौथे पातशाह गुरु रामदास वेले भी सेवा की। ते जदों गुरु अमरदास जी ने गुरता गद्दी गुरु रामदास जी नूं बख्शी, उदों भी बाबा बुढ़ा जी ने तिलक लाया। फिर पंचम पातशाह गुरु अर्जन देव महाराज, उन्होंने भी बाबा बुढ़ा जी ने तिलक लाया। गुरता गद्दी दिती गई। ते गुरु अर्जन देव साहब वेले, गुरु रामदास साहब वेले सरोवर की सेवा दोवें गुरुआं वेले चलती रही। गुरु रामदास जी ने सरोवर खुदवाया, गुरु अर्जन देव ने पक्का करवाया, नाल हरमंदर साहब भी बनवाया। तो उस वेले भी जदों घंटा घर वाली साइड जाने हो ना अमृतसर, उत्थे एक बेरी है जिन्हों बेर बाबा बुढ़ा जी आख्या जाता है। उस बेरी दे हेठां बह के देख रेख करदे, आप भी टोकरियां भर भर के सिटदे, ते वो बेरी हेठां बह के फिर संगत तो सेवा करवाई बाबा बुढ़ा जी ने, सरोवर की भी हरमंदर साहब की भी। गुरु अर्जन देव जी के विआह होए नूं काफ़ी समा हो चुकिया सी। ते माता गंगा जी दे पावन कुखों कोई बाल बच्चा ना होया। शरीक ताने मेहने मारन लग गए। माता गंगा जी ने बेनती की, सतगुर मैनू भी एक पुत्र की दात चाहिदी है। गुरु अर्जन देव साहब कहिंदे गुरु घर दे अनिन्न सेवक ब्रह्म ज्ञानी बाबा बुढ़ा जी हन, उन्हां दे कोल जाओ, अरदास करा दो, वो बचन करनगे ते तुहाडी मुराद पूरी हो जू। माता गंगा जी कहिंदे जी गुरु तुसीं, इत्थों दुनिया झोलियां भर भर जाती है। गुरु अर्जन देव साहब कहिंदे ठीक है, मैनू गुरता गद्दी की सेवा मिल गई, पर गुरु घर दीयां दातां मैं अपने लिए नहीं वरतणीआं। ये मान वधाउणा सी बाबा बुढ़ा जी का। माता गंगा जी गए, तो आप जी नूं पता इतिहास लंबा है, पर मैं जिक्र बाबा बुढ़ा जी का ही करना है। बाबा बुढ़ा जी ने प्रसादा छकिया, बैठे बैठे ना गंढा ले लिया, मार के मुक्की चौंकी ते रख के जदों गंढा भन्निया, विचों थोड़ा जा हिस्सा निकल के ओ परे जा डिगा। ते उस वेले बाबा बुढ़ा जी ने बचन कीता सी, माता जी तुहाडी सेवा प्रवान है। लो गुरु नानक दा हुक्म आ गया, तुहाडे घर ऐसा महाबली जोधा पैदा हो, जिमें मैं गंढियां नूं भन्नदा ऐदां जालमां दे सिर भन्निया करेगा। ऐदां कहंदे जालमां दे सिर भन्निया करेगा। फिर बाबा बुढ़ा जी दे बचना करके माता गंगा जी की पावन कुखों पंचम पातशाह गुरु अर्जन देव जी के घर गुरु की बडाली विखे छेवें पातशाह सतगुरु हरगोबिंद साहब जी का आगमन होया सी। गुरु बाबा बुढ़ा जी के बचना ते हुण जे एक होर गल करां, आ गुरु ग्रंथ साहब महाराज के दर्शन कर रहे हो। सब तो पहला ये बीड़ तैयार की गुरु अर्जन देव जी ने 1604 ईस्वी दे विच। जदों बीड़ तैयार की रामसर साहब के पावन स्थान ते, महाराज कहंदे कोई सिख उठो जिहदा सीस पवित्र होवे, आपां पवित्र सीस ते रख के बीड़ नूं हरमंदर साहब लैके जाना।
ਸਾਰੇ ਕਹਿੰਦੇ ਜੀ ਤੁਹਾਡੇ ਨਾਲੋਂ ਕਿਹਦਾ ਸੀਸ ਪਵਿੱਤਰ ਹੋ ਸਕਦਾ, ਤੁਸੀਂ ਆਪਣੇ ਸੀਸ 'ਤੇ ਰੱਖ ਕੇ ਲੈ ਜਾਓ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਯੋਗ ਨਹੀਂ ਹਾਂ ਇਸ ਬੀੜ ਨੂੰ ਸਿਰ 'ਤੇ ਰੱਖ ਸਕਾਂ। ਸਤਿਕਾਰ ਬਾਣੀ ਦਾ। ਸਾਰੇ ਨੀਵੀਂ ਪਾ ਗਏ, ਕਹਿੰਦੇ ਜੀ ਤੁਸੀਂ ਯੋਗ ਨਹੀਂ, ਫਿਰ ਹੋਰ ਕਿਹਨੂੰ ਲੱਭਾਂਗੇ ਆਪਾਂ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਫਿਕਰ ਨਾ ਕਰੋ, ਇੱਕ ਸੀਸ ਹੈਗਾ, ਉਹ ਹੈ ਬਾਬਾ ਬੁੱਢਾ ਜੀ ਦਾ ਸੀਸ, ਜਿਹੜਾ ਸਭ ਤੋਂ ਹੀ ਵੱਧ ਪਵਿੱਤਰ ਹੈ। ਬਾਬਾ ਬੁੱਢਾ ਜੀ ਹੱਥ ਬੰਨ੍ਹ ਕੇ ਖੜੇ ਹੋ ਗਏ, ਮਹਾਰਾਜ ਮੈਂ ਤਾਂ ਗੁਰੂ ਘਰ ਦਾ ਨਿਮਾਣਾ ਸੇਵਕ, ਅਤੇ ਮੇਰਾ ਸੀਸ ਪਵਿੱਤਰ ਇੰਨਾ ਕਿਵੇਂ ਹੋਇਆ। ਫਿਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸੇਵਾ ਕਰਨ ਨਾਲ ਪਵਿੱਤਰਤਾ ਆਉਂਦੀ ਹੈ। ਤੁਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਵੱਡੇ ਗੁਰੂਆਂ ਦੇ ਦਰਸ਼ਨ ਵੀ ਕੀਤੇ, ਸੇਵਾ ਵੀ ਕੀਤੀ। ਮੈਂ ਤਾਂ ਵੱਧ ਤੋਂ ਵੱਧ ਆਪਣੇ ਪਿਤਾ ਦੇ ਜਾਂ ਆਪਣੇ ਨਾਨਾ ਜੀ ਦੇ ਦਰਸ਼ਨ ਕੀਤੇ, ਗੁਰੂ ਅਮਰਦਾਸ ਜੀ ਦੇ। ਉਦੋਂ ਅੱਗੇ ਮੈਨੂੰ ਨਹੀਂ ਕੁਛ ਵੀ ਪਤਾ, ਪਰ ਤੁਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਸੇਵਾ ਕਰਦੇ ਆ ਰਹੇ ਹੋ। ਤੁਹਾਡਾ ਸੀਸ ਗੁਰੂ ਨਾਨਕ ਤੋਂ ਲੈ ਕੇ ਹੁਣ ਤੱਕ ਵੱਡੇ ਗੁਰੂਆਂ ਦੇ ਚਰਨਾਂ ਨੂੰ ਛੋਹਿਆ ਹੈ, ਇਹ ਤਾਂ ਵੱਧ ਪਵਿੱਤਰ ਹੈ। ਆਖੋ ਸਤਿਨਾਮ। ਫਿਰ ਪਿਆਰਿਓ, ਬਾਬਾ ਬੁੱਢਾ ਜੀ ਦੇ ਸੀਸ 'ਤੇ ਸਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਰਾਮਸਰ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਹਰਿਮੰਦਰ ਸਾਹਿਬ ਲਿਆਂਦਾ ਸੀ। 1604 ਈਸਵੀ ਦਾ ਜ਼ਿਕਰ ਹੈ ਇਹ। ਅਤੇ ਜਦੋਂ ਬੀੜ ਕੀਤੀ ਪ੍ਰਕਾਸ਼, ਗੁਰੂ ਅਰਜਨ ਦੇਵ ਸਾਹਿਬ ਪਹਿਲਾਂ ਆਪ ਚੌਰ ਕਰਦੇ ਆਏ ਸੀ ਰਸਤੇ ਵਿੱਚ, ਹੁਣ ਚੌਰ ਬਾਬਾ ਬੁੱਢਾ ਜੀ ਨੂੰ ਫੜਾਤਾ। ਅਤੇ ਇਹ ਵੀ ਯਾਦ ਰੱਖਿਓ, ਐਸਾ ਫੜਾਇਆ ਅੱਜ ਤੱਕ ਵੀ ਹਰਿਮੰਦਰ ਸਾਹਿਬ ਵਿੱਚ ਕੋਈ ਜਥੇਦਾਰ ਪਹੁੰਚ ਜੇ, ਕੋਈ ਵੱਡਾ ਲੀਡਰ ਵਗ ਜੇ, ਚੌਰ ਸਾਹਿਬ ਨਹੀਂ ਕਰ ਸਕਦਾ। ਜੇ ਚੌਰ ਸਾਹਿਬ ਕਰ ਸਕਦਾ ਹੈ ਤਾਂ ਉੱਥੋਂ ਦਾ ਹੈੱਡ ਗ੍ਰੰਥੀ ਹੀ ਕਰ ਸਕਦਾ ਹੈ। ਇਹ ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਫੜਾਇਆ ਸੀ ਚੌਰ ਸਾਹਿਬ। ਫਿਰ ਕਹਿੰਦੇ ਬੁੱਢਾ ਸਾਹਿਬ ਖੋਲ੍ਹੋ ਗ੍ਰੰਥ, ਲੇਹੋ ਆਵਾਜ਼ ਸੁਨੇਗਾ ਪੰਥ। ਕਹਿੰਦੇ ਜੀ ਹੁਕਮਨਾਮਾ ਲਓ। ਜਦੋਂ ਬਾਬਾ ਬੁੱਢਾ ਜੀ ਨੇ ਪ੍ਰਕਾਸ਼ ਕਰਕੇ ਆਦਿ ਗ੍ਰੰਥ ਬੀੜ ਨੂੰ ਹੁਕਮਨਾਮਾ ਲਿਆ, ਅਤੇ ਸਭ ਤੋਂ ਪਹਿਲਾਂ ਹੁਕਮਨਾਮਾ ਇਹ ਆਇਆ ਸੀ, ਸੰਤਾਂ ਕੇ ਕਾਰਜ ਆਪ ਖਲੋਆ, ਸੰਤਾਂ ਕੇ ਕਾਰਜ ਆਪ ਖਲੋਆ। संतां के कारज आप खलोआ, संतां के कारज आप खलोआ। संतां के कारज आप खलोआ, हर कम करावन आया राम। धरत सुहावी ताल सुहावा, विच अमृत जल छाया राम। जदों यह गुरमुख प्यारिओ हुक्मनामा लैके बाबा बुढ़ा जी ने पढ़िया, सारी संगत ने बैठ के सुनिया। तो उदों बाद जदों भी बीड़ नूं पढ़दे, बाबा बुढ़ा जी पढ़दे, ਤੇ ਗੁਰੂ ਅਰਜਨ ਦੇਵ ਸਾਹਿਬ ਇੱਕ ਖੂੰਜੇ 'ਚ ਬਹਿ ਕੇ ਨਾ ਸੁਣਦੇ ਹੀ ਰਹਿੰਦੇ ਬਾਣੀ। ਆਖੋ ਸਤਿਨਾਮ। ਤੇ ਉਸ ਵੇਲੇ ਸਾਰਾ ਦਿਨ ਬਾਣੀ ਪੜ੍ਹੀ ਗਏ। ਜਦੋਂ ਹੋਇਆ ਸ਼ਾਮ ਦਾ ਟਾਈਮ, ਮਹਾਰਾਜ ਕਹਿੰਦੇ ਹੁਣ ਇਸ ਬੀੜ ਦਾ ਸੁਖਾਸਨ ਕਰਨਾ ਹੈ। ਉਸ ਪਲੰਘੇ 'ਤੇ ਬੀੜ ਦਾ ਸੁਖਾਸਨ ਕਰ ਦਿਓ ਜਿੱਥੇ ਅਸੀਂ ਆਪ ਪੈਂਦੇ ਹਾਂ। ਬੀੜ ਉੱਥੇ ਪਹੁੰਚਾਤੀ। ਜਦੋਂ ਜਾਂਦੇ ਹੋ ਨਾ ਅਕਾਲ ਤਖਤ ਸਾਹਿਬ, ਅੰਦਰ ਇੱਕ ਕਮਰਾ ਬਣਿਆ ਹੋਇਆ ਹੈ, ਉਹਨੂੰ ਕਹਿੰਦੇ ਆ ਗੁਰਦੁਆਰਾ ਕੋਠਾ ਸਾਹਿਬ। ਉੱਥੇ ਸ਼ਾਮ ਨੂੰ ਸੁਖਾਸਨ ਕੀਤਾ ਜਾਂਦਾ ਹੈ। ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਜਿਸ ਪਲੰਘ 'ਤੇ ਤੁਸੀਂ ਪੈਣਾ ਸੀ ਉਹ 'ਤੇ ਤਾਂ ਬੀੜ ਦਾ ਸੁਖਾਸਨ ਕਰਤਾ, ਹੁਣ ਤੁਹਾਡਾ ਆਸਨ ਕਿੱਥੇ ਲਾਈਏ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਇਸ ਪਲੰਘ ਦੇ ਹੇਠਾਂ ਚਾਦਰ ਵਿਛਾ ਦਿਓ, ਮੈਂ ਹੇਠਾਂ ਪਿਆ ਕਰੂੰ। ਆਖੋ ਸਤਿਨਾਮ। ਅੱਜ ਤੱਕ ਵੀ ਕਿਤੇ ਜਾਇਓ ਧਿਆਨ ਨਾਲ ਵੇਖਿਓ, ਉਹ ਪਲੰਘ ਦੇ ਹੇਠਾਂ ਇੱਕ ਚਿੱਟੀ ਚਾਦਰ ਹੁਣ ਵੀ ਵਿਛਾਈ ਜਾਂਦੀ ਹੈ।
उस वेले की निशानी। सो बाबा बुढ़ा जी गुरु घर के पहले हैड ग्रंथी थापे गए। निमरता इन्नी, नाले तो सवेरे जाके बीड़ साहब की सेवा संभाल करनी, ते दिने आके ठट्ठी जिथे बनया ना बाबा बुढ़ा जी का स्थान, जिथों संगत जाती है, पुत्रां की दात मिलती है, उत्थों ही पहला उत्थे खेती करते होंदे बाबा बुढ़ा जी। उत्थों ही माता गंगा जी नूं पुत्र होने का वर दिता सी। चलो संगत की शरधा, झोलियां भरदियां संगत दियां, बड़ी वड्डी गिणती संगतां जांदियां। इत्थे आउणा मੱਝਾਂ ਗਾਵਾਂ चो के गागरां भर के दुੱਧ दियां गुरमुखो हरमंदर साहिब लैके जाणियां। किते जाओ अमृतसर, जिन्ने उत्थे दोधी है ना, वो हुण भी पित्तल दियां गागरां रखदे आ। एक बारी उन्हां नूं पुछिया भी तुसीं पित्तल दियां गागरां क्यों रखदे हो? कहंदे इत्थे दुੱਧ दी सेवा बाबा बुढ़ा जी करदे रहे, ये उन्हां दी निशानी सांभी हुई है। पित्तल दियां गागरां भर भर लिआउंदे हुंदे। सेवा करदे करदे गुरमुख प्यारिओ, गुरु ग्रंथ साहिब की संगत की, गुरु अर्जन देव जी की सेवा करनी। तो जदों गुरु हरगोबिंद साहिब जी का आगमन होया, गुरु अर्जन देव साहिब कहंदे बाबा बुढ़ा जी मेरे सपुत्र नूं विद्या भी तुसीं पढ़ाउणी है। गुरबाणी की संथ्या, हथियार चलाउणे, घोड़ सवारी, पानी च तैरना किवें है, 22 तरह की विद्या गुरु हरगोबिंद साहिब जी नूं बाबा बुढ़ा जी ने सिखाई सी। गुरमुख किन्ने माण वाली गल है, ये कोई माड़ी मोटी हस्ती नहीं है। तो जदों हो गए बजुर्ग, उदों गुरमुख प्यारिओ पालकी दे विच बिठा के लिआउंदे हुंदे बाबा बुढ़ा जी नूं। एक बारी पालकी विच बाबा बुढ़ा जी आई जांदे है, ते छेवें पातशाह इन्ने खुश होए, जाके बाबा बुढ़ा जी की पालकी नूं आप मोढा ला लिया गुरमुख। ते बाबा बुढ़ा जी ब्रह्म ज्ञानी सन, जान गए। विच बैठे बैठे कहंदे सतगुरु महाराज मैं तां तुहाडे घर दा गोला सेवकां, मैं उपर होवां तुसीं पालकी नूं मोढा लावो, ये गल मेरे वास्ते चंगी नहीं लगदी। तुसीं अपना मोढा हटा लो, नहीं तां मैं पालकी चों हेठां छाल मार दियांगा। इन्नी शरधा गुरमुखो। ते गुरु हरगोबिंद साहिब बहुत खुश होए, कहंदे बाबा जी तुहाडी सेवा है प्रवान, हुण हो गए हो बजुर्ग। परिवार आया, कई बारी बच्चे आए ने भी असी घरे ले जाके इन्हां दी सेवा संभाल करनी है। कोई नहीं, थोड़ी सेवा प्रवान है, तुसी रमदास चले जाओ परिवार विच। इच्छा दसो तुहानूं कोई राज भाग चाहिदा है जां कुछ होर? ते बाबा बुढ़ा जी ने गुरमुखो इक्को ही मंग कीती सी। कहंदे जी गुरु अर्जन देव साहिब दा शब्द है, राज ना चाहो मुक्त ना चाहो, मन प्रीत चरण कमलारे। कहंदे ना तो मैनू राज भाग की लोड़ है, ना ही मैनू मुक्ति चाहिए है। हुण आपां तां सारे चाहुंदे आ मुक्ति हो जे। बाबा बुढ़ा जी कहंदे मैनू मुक्ति भी नहीं चाहिदी, जन्म भावें वार वार मिल जे, पर हर वार तुहाडे चरनां दी सेवा मिलदी रहे। आखो सतनाम। सच्चा पातशाह मैं कोई राज मुकत नहीं मंगदा, सेवा बख्शो चरनां दी। मैं कोई राज मुकत नहीं मंगदा, सेवा बख्शो चरनां दी। मैं कोई राज मुकत नहीं मंगदा, सेवा बख्शो चरनां दी। मैं कोई राज मुकत नहीं मंगदा, सेवा बख्शो चरनां दी। मंगदा सेवा बख्शो चरनां दी। मैं कोई सच्चे पातशाह तुहाडे चरनां 'च ही सेवा मिलती रहे। महाराज कहंदे ये वचन तुहाडा जरूर पूरा होएगा। श्री अकाल तख्त साहिब जदों बनाउणा सी, उदों भी गुरमुख प्यारिओ कोई होर बंदा नहीं सी लाया। भाई संतोख सिंह जी लिखते हैं, किन ही राज ना हाथ लगायो,
ਬੁੱਢਾ ਉਹ ਗੁਰਦਾਸ ਬਣਾਇਓ। ਜਦੋਂ ਅਕਾਲ ਤਖਤ ਸਾਹਿਬ ਬਣਾਉਣਾ ਸੀ ਨਾ, ਮਹਾਰਾਜ ਕਹਿੰਦੇ ਇਹ ਸੱਚ ਦਾ ਅਕਾਲ ਦਾ ਤਖਤ ਬਣਨਾ, ਇਹਨੂੰ ਬਣਾਉਣ ਵਾਲੇ ਵੀ ਅਕਾਲ ਪੁਰਖ ਦੇ ਪਿਆਰੇ ਹੀ ਹੋਣੇ ਚਾਹੀਦੇ। ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ, ਇੱਕ ਜਾਣਾ ਇੱਟਾਂ ਚੱਕ ਚੱਕ ਫੜਾਈ ਜਾਵੇ, ਬਾਬਾ ਬੁੱਢਾ ਜੀ ਚਿਣੀ ਜਾਣ। ਕਹਿੰਦੇ ਮਹਾਰਾਜ ਇੱਕ ਮਜ਼ਦੂਰ ਚਾਹੀਦਾ ਜਿਹੜਾ ਚੂਨੇ ਦੇ ਗਾਰੇ ਦੇ ਬੱਠਲ ਭਰ ਭਰ ਕੇ ਫੜਾਵੇ। ਛੇਵੇਂ ਪਾਤਸ਼ਾਹ ਇੰਨੇ ਦਇਆ ਚਾਹੇ, ਕਹਿੰਦੇ ਮਜ਼ਦੂਰ ਵਾਲੀ ਸੇਵਾ ਮੈਨੂੰ ਦੇ ਦਿਓ। ਆਖੋ ਸਤਿਨਾਮ। ਚੌਥਾ ਨਹੀਂ ਕੋਈ ਬੰਦਾ ਲਾਇਆ ਗੁਰਮੁਖੋ। ਤਿੰਨੇ ਜਣਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਰਚੀ। ਇਹ ਵੀ ਬਾਬਾ ਬੁੱਢਾ ਜੀ ਦੇ ਹਿੱਸੇ ਆਈ ਸੇਵਾ ਗੁਰਮੁਖੋ। ਜਦੋਂ ਹੋ ਗਏ ਫਿਰ ਬਜ਼ੁਰਗ, ਆਪਣੇ ਨਗਰ ਚਲੇ ਗਏ ਰਮਦਾਸ। ਪਰਿਵਾਰ ਨੇ, ਬੱਚਿਆਂ ਨੇ ਸੇਵਾ ਸੰਭਾਲ ਕੀਤੀ। ਅਤੇ ਜਦੋਂ ਆਇਆ ਗੁਰਮੁਖ ਪਿਆਰਿਓ 1631 ਈਸਵੀ ਦਾ ਸਮਾਂ, ਸਰੀਰ ਛੱਡਣਾ ਸੀ ਬਾਬਾ ਬੁੱਢਾ ਜੀ ਨੇ। ਉੱਥੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਮੈਂ ਚਾਹੁੰਦਾ ਕਿ ਜਦੋਂ ਮੇਰੀ ਜਾਨ ਨਿਕਲੇ ਮੇਰਾ ਸਿਰ ਤੁਹਾਡੇ ਚਰਨਾਂ 'ਚ ਹੋਣਾ ਚਾਹੀਦਾ। ਅਰਦਾਸ ਸੁਣੀ ਗਈ। ਛੇਵੇਂ ਪਾਤਸ਼ਾਹ ਆਪ ਗਏ ਫਿਰ ਰਮਦਾਸ ਗੁਰਮੁਖ। ਜਦੋਂ ਉੱਥੇ ਪਹੁੰਚੇ, ਨਮਸਕਾਰ ਕੀਤੀ, ਇੱਕ ਦੂਜੇ ਦਾ ਸਤਿਕਾਰ ਕੀਤਾ। ਬਾਬਾ ਬੁੱਢਾ ਜੀ ਤਾਂ ਗੁਰੂ ਕਰਕੇ ਉਹਨਾਂ ਦਾ ਸਤਿਕਾਰ ਕਰਦੇ ਸੀ, ਪਰ ਬਾਬਾ ਬੁੱਢਾ ਜੀ ਦੀ 125 ਸਾਲ ਦੀ ਉਮਰ, ਬਾਕੀ ਵੱਡੇ ਗੁਰੂਆਂ ਤੋਂ ਹੁਣ ਤੱਕ ਸੇਵਾ ਸੀ। ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦਾ ਸਤਿਕਾਰ ਕਰਦੇ ਸੀ, ਬੜੇ ਪਿਆਰ ਨਾਲ ਮਿਲੇ। ਅੰਮ੍ਰਿਤ ਵੇਲੇ ਦਾ ਸਮਾਂ, ਇਸ਼ਨਾਨ ਕੀਤਾ। ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਐਂ ਬਿਲਕੁਲ ਨੇੜੇ ਸਾਹਮਣੇ ਬਹਿ ਕੇ ਪਾਠ ਕੀਤਾ। ਪਾਠ ਕਰਕੇ ਫਤਿਹ ਬੁਲਾਤੀ, ਗੁਰਵਰ ਅਕਾਲ, ਸਤਿ ਸ੍ਰੀ ਅਕਾਲ। ਇਹ ਬੁਲਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਐਂ ਮੱਥਾ ਟੇਕਦਿਆਂ ਟੇਕਦਿਆਂ ਸਿਰ ਧਰਤਾ। ਬਸ ਧਰਿਆ ਤਾਂ ਜ਼ਰੂਰ, ਮੁੜ ਕੇ ਨਹੀਂ ਚੱਕਿਆ। ਆਖੋ ਸਤਿਨਾਮ। ਜੀਵ ਆਤਮਾ ਸੱਚਖੰਡ ਜਾ ਪਹੁੰਚੀ ਗੁਰਮੁਖ ਪਿਆਰਿਓ ਗੁਰੂ ਚਰਨਾਂ ਦੇ ਵਿੱਚ। ਫਿਰ ਬਾਬਾ ਬੁੱਢਾ ਜੀ ਦਾ ਅੰਤਮ ਸੰਸਕਾਰ ਛੇਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਕੀਤਾ ਗੁਰਮੁਖ। ਬਹੁਤ ਗੁਰੂ ਘਰ ਦੇ ਸੇਵਕ ਵੀ ਪਹੁੰਚੇ। ਸੋ ਇਹ ਬਾਬਾ ਬੁੱਢਾ ਜੀ ਦਾ ਪਾਵਨ ਇਤਿਹਾਸ ਹੈ ਜੀ। ਤੇ ਧੰਨ ਧੰਨ ਬਾਬਾ ਬੁੱਢਾ ਜੀ ਮਹਾਂਪੁਰਸ਼, ਬਹੁਤ ਕਰਨੀ ਵਾਲੇ ਮਹਾਂਪੁਰਸ਼ ਹੋਏ ਹੈ। ਸਾਰਾ ਪਰਿਵਾਰ ਇਹਨਾਂ ਦਾ ਗੁਰੂ ਘਰ ਦੀ ਸੇਵਾ 'ਚ ਰਿਹਾ। ਤੇ ਗੁਰਮੁਖ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਦੀ ਕੁਲ ਹੀ ਲਾਉਂਦੀ ਰਹੀ। ਆਖੋ ਸਤਿਨਾਮ। ਭਾਈ ਗੁਰਬਖਸ਼ ਸਿੰਘ ਵਰਗੇ ਅੰਮ੍ਰਿਤ ਛਕ ਕੇ ਗੁਰੂ ਕੇ ਸਿੰਘ ਸਜੇ। ਸੋ ਬਹੁਤ ਵੱਡੀ ਮਹਾਨ ਸੇਵਾ, ਮਹਾਨ ਸ਼ਖਸੀਅਤ ਨੇ ਬਾਬਾ ਬੁੱਢਾ ਜੀ। ਕਈ ਜਨਮ ਲੱਗੇ ਰਹੀਏ ਤਾਂ ਵੀ ਉਹਨਾਂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਇਸ ਕਰਕੇ ਮੈਂ ਆਪ ਜੀ ਤੋਂ ਖਿਮਾ ਮੰਗਦਾ। ਸਾਰੀ ਸੰਗਤ ਨੇ ਰਲ ਮਿਲ ਕਰਕੇ ਹਾਜ਼ਰੀਆਂ ਭਰੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਮੇਰਾ ਨਗਰ ਹੈ ਵਾਲਿਆਂ ਵਾਲੀ, ਆਪ ਜੀ ਨੇ ਮਾਣ ਬਖਸ਼ਿਆ, ਸੇਵਾ ਦਾ ਮੌਕਾ ਦਿੱਤਾ ਹੈ। ਮੈਂ ਆਪ ਜੀ ਦਾ ਵੀ ਧੰਨਵਾਦ ਕਰਦਾ, ਕਿਉਂਕਿ ਸੰਗਤ ਮਾਈਆਂ ਵੀਰ ਬਜ਼ੁਰਗ ਬੈਠੇ ਹੋ। ਤੁਹਾਡੇ ਪਿਆਰ ਸਤਿਕਾਰ ਦਾ ਸਦਕਾ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜਾਈਦਾ ਹੈ। ਇਸੇ ਤਰ੍ਹਾਂ ਸੰਗਤ ਸਤਿਕਾਰ ਨਾਲ ਸੁਣਦੀ ਹੈ, ਪਿਆਰ ਮਿਲਦਾ ਹੈ। ਸੋ ਗੁਰੂ ਘਰ ਦੀਆਂ ਸੇਵਾਵਾਂ ਚੱਲ ਰਹੀਆਂ ਨੇ, ਉਹ ਤੁਹਾਡੇ ਸੰਗਤਾਂ ਦੇ ਸਹਿਯੋਗ ਨਾਲ ਚੱਲਦੀਆਂ। ਇਸੇ ਤਰ੍ਹਾਂ ਪਿਆਰ ਸਤਿਕਾਰ ਬਣਿਆ ਰਹੇ। ਅਤੇ ਆਓ ਗੁਰੂ ਚਰਨਾਂ 'ਚ ਆਪਾਂ ਇੱਕ ਅਰਦਾਸ ਕਰਨੀ ਹੈ, ਰਲ ਕੇ ਲਾਸਟ ਧਾਰਨਾ ਹੈ। ਫਿਰ ਆਨੰਦ ਸਾਹਿਬ ਦਾ ਪਾਠ ਕਰਕੇ ਗੁਰੂ ਚਰਨਾਂ 'ਚ ਅਰਦਾਸ ਕਰਾਂਗੇ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਿਆ ਕਰੋ, ਜਦੋਂ ਵੀ ਘਰਾਂ ਦੇ ਵਿੱਚ ਵੀ ਪਾਠ ਕਰਦੇ ਹੋ ਨਾ, ਜਾਂ ਗੁਰੂ ਘਰ ਆਉਂਦੇ ਹੋ, ਚਾਹੇ ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਸਿੱਖ ਹੈ, ਇਹ ਅਰਦਾਸ ਕਰਿਆ ਕਰੋ ਕਿ ਇਹ ਵਾਹਿਗੁਰੂ ਸੰਸਾਰ ਸੜਦਾ ਬਲਦਾ ਜਾ ਰਿਹਾ ਹੈ, ਇਹਨੂੰ ਸ਼ਾਂਤੀ ਬਖਸ਼ੋ। ਕੋਈ ਵਰਗ ਸੌਖਾ ਨਹੀਂ ਹੈ ਗੁਰਮੁਖ। ਆ ਹੁਣ ਕਿਸਾਨਾਂ ਦਾ ਅੰਦੋਲਨ ਚੱਲਦਾ ਹੈ। ਅੰਨਦਾਤਾ ਜੀ ਨੂੰ ਕਹਿੰਦੇ ਸੀ ਕਿ ਇਹਦੇ ਕਾਨੂੰਨ ਇਹੋ ਜਿਹੇ ਬਣ ਗਏ, ਦਿਨੋਂ ਦਿਨ ਮਾਰ ਹੀ ਪਈ ਜਾਂਦੀ ਹੈ ਹਰੇਕ ਵਰਗ ਨੂੰ ਗੁਰਮੁਖ। ਸੋ ਇਹ ਵਾਹਿਗੁਰੂ ਕੋਈ ਕਿਰਪਾ ਕਰੇ ਤਾਂ ਹੀ ਭਲਾ ਹੋ ਸਕਦਾ ਹੈ। ਇਸ ਕਰਕੇ ਸਾਰੀ ਸੰਗਤ ਬੋਲਿਓ, ਜੱਗ ਸੜਦਾ ਬਲਦਾ ਜੀ ਰੱਖ ਲਓ ਆਪਣਾ ਨਾਮ ਜਪਾ ਕੇ। ਜੱਗ ਸੜਦਾ ਬਲਦਾ ਜੀ ਰੱਖ ਲਓ ਆਪਣਾ ਨਾਮ ਜਪਾ ਕੇ।
रख लो अपना नाम। जग सड़दा बलदा जी रख लो अपना नाम जपा के। जग सड़दा बलदा जी रख लो अपना नाम जपा के। लो अपना नाम जपा के। जग सड़दा बलदा। सो सारी संगत दा धन्नवाद, कोटान कोट वार धन्नवाद श्री गुरु ग्रंथ साहिब जी दा, जिन्हां दी किरपा नाल आपां नूं सतसंग दीआं घड़ियां प्राप्त होईआं। गुरु प्यारे ब्रह्म ਗਿਆਨੀ धन धन बाबा बुढ़ा जी दा पावन इतिहास कुछ क जीवन आपां विचारिआ। सो मेरे वल्लों होईआं भुल्लां चुक्कां दी खिमा बख्शिश करनी। आओ सारे रल के आनंद साहिब दा पाठ करके फिर सरबत दे भले लई अरदास करांगे। वाहिगुरु जी। राम कली महला तीजा आनंद। एक ओंकार सतगुर प्रसाद। आनंद पाया मेरी माए सतगुरु मैं पाया। सतगुर तां पाया सहज सेती। राग रतन परवार परियां शब्द गावन आईयां। कह नानक आनंद होआ सतगुरु मैं पाया। ये मन हर नाल रहो तू मन मेरे दुख सब विसारना। सबना गल्लां समरथ स्वामी सो क्यों मन हो विसारे। साचे साहिबा क्या नहीं करते रे। सदा सिफत सलाह तेरी नाम मन बसावे। कह नानक सच्चे साहिब क्या नहीं करते रे। साचा नाम मेरा आधार। साच नाम आधार मेरा जिन। कर शांत सुख मन आए वसया जिन। इच्छा सब पुजाइयां। कह नानक सुनो संतो शब्द तरहो प्यारो। साचा नाम मेरा कर सुभागै शब्द वाजे। कला जित कर तारिया। तुर कर्म पाया तुद जिन को से नाम हर कै लागे। आनंद सुनो बड़ भागी हो सगल मनोरथ पूरे। दुख रोग संताप उतरे सुनी सच्ची बाणी। सुनते पुनीत कहते पवित सतगुर रहया भरपूरे। सुनते पुनीत कहते पवित सतगुर रहया भरपूरे। बाजे अनहद तूरे। वाहिगुरु जी का खालसा वाहिगुरु जी की फतेह।